वाहेगुरु 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 वाहेगुरु। सतनाम श्री वाहेगुरु साहिब जी। तिलंग महला चौथा। हर किया कथा कहानियाँ गुर मीत सुनाइया। बलिहारी गुर आपने गुर को बल जाइया। हर किया कथा कहानियाँ गुर मीत सुनाइया। बलिहारी गुर आपने गुर को बल जाइया। आए मिल गुर सिख आए मिल। तू मेरे गुरु के प्यारे। रहाओ हर के गुण हर पाव दे। से गुरु ते पाए जिन गुर का पाणा मन्निया। तिन घुम घुम जाए जिन सतगुर प्यारा देखिया। तिन को हो वारी जिन गुर की कीती चाकरी। तिन साध बलिहारी। हर हर तेरा नाम है दुख मेटन हारा। गुर सेवा ते पाइयै गुरमुख निस्तारा। जो हर नाम ध्याए दे ते जन परवाना। तिन विटो नानक वारिया। सदा सदा कुर्बाना। जो हर नाम ध्याए दे ते जन परवाना। तिन विटो नानक वारिया। सदा सदा कुर्बाना। वाहिगुरु जी का खालसा वाहिगुरु जी की फतेह। परम सम्मान योग जुगो जुग अटल साहिब श्री गुरु ग्रंथ साहिब सच्चे पातशाह जी दी पावन पवित्र हजूरी अंदर गुरुद्वारा मंजी साहिब दीवान अस्थान विखे आप जी हाजरी पर रहे हो। सतगुरु श्री गुरु ग्रंथ साहिब महाराज जी ने
ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਸ਼ਬਦ ਸਮੁੱਚੀ ਮਾਨਵਤਾ ਵਾਸਤੇ ਬਖਸ਼ਿਸ਼ ਕੀਤਾ ਹੈ, ਇਹ ਅੰਮ੍ਰਿਤ ਸ਼ਬਦ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਸ ਸ਼ਬਦ ਅੰਦਰ ਗੁਰੂ ਰਾਮਦਾਸ ਜੀ ਗੁਰਸਿੱਖ ਪ੍ਰਤੀ, ਗੁਰੂ ਪ੍ਰਤੀ ਔਰ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਦੇ ਸੰਬੰਧ ਵਿੱਚ ਸਿਫਤੋ ਸਲਾਹ ਦੇ ਬਚਨ ਕਰ ਰਹੇ ਨੇ। ਆਓ ਇੱਕ ਤਾਂ ਇਸ ਸਾਰੇ ਸ਼ਬਦ ਦੇ ਸਮੇਂ ਅਨੁਸਾਰ ਅੱਖਰੀ ਅਰਥ ਜਿੱਥੇ ਜ਼ਰੂਰਤ ਭਾਸੇਗੀ ਉਸ ਦੀ ਵਿਆਖਿਆ ਆਪਾਂ ਜ਼ਰੂਰ ਥੋੜੀ ਜੀ ਕਰਾਂਗੇ, ਕਿਉਂਕਿ ਹੁਕਮ ਲੰਬੇਰਾ ਹੈ। ਔਰ ਦੂਸਰਾ, ਸਮੇਂ ਦੀ ਵੰਡ ਅਨੁਸਾਰ ਅੱਜ ਕੱਤਕ ਦੇ ਮਹੀਨੇ ਦੀ ਆਰੰਭਤਾ ਵੀ ਹੈ। ਉਸ ਅੰਮ੍ਰਿਤ ਬਚਨ ਨੂੰ ਜੋ ਸਤਿਗੁਰਾਂ ਦਾ ਸਾਡੇ ਲਈ ਹੁਕਮ ਹੈ, 12 ਮਾਹ ਵਿੱਚੋਂ ਉਸ ਮਹੀਨੇ ਦੇ ਵੀ ਆਖਰੀ ਅਰਥ ਔਰ ਸਮੇਂ ਅਨੁਸਾਰ ਆਪਾਂ ਉਸ ਦੀ ਵਿਆਖਿਆ ਕਰਾਂਗੇ। ਇਸ ਕਰਕੇ ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਇਸ ਅਸਥਾਨ ਤੇ ਉਪਸਥਿਤ ਹੋ ਜਾਂ ਆਪਣੇ ਘਰਾਂ ਵਿੱਚ ਬੈਠੇ ਸਰਵਣ ਕਰ ਰਹੇ ਹੋ, ਇਹ ਰੋਜ਼ਾਨਾ 10 ਸ਼ਬਦ ਵਰਤਦਾ ਹੈ। ਇਸ ਦਾ ਕੋਈ ਅੰਤਰੀਵ ਅਰਥ ਹੈ। ਜਿਤਨਾ ਮਰਜੀ ਕੋਈ ਸੁਗੜ ਬੁਲਾਰਾ, ਕੀਰਤਨੀਆ, ਵਿਆਖਿਆਕਾਰ, ਵਕਤਾ ਹੋਵੇ, ਪਰ ਇਹ ਗੱਲ ਚੇਤੇ ਰੱਖਿਓ ਕਿ ਜਿਹੜੀ ਸੰਗਤ ਸਾਨੂੰ ਸੁਣ ਰਹੀ ਹੈ, ਇਸ ਸੰਗਤ ਵਿੱਚ ਪਰਮਾਤਮਾ ਆਪ ਵਰਸਦਾ ਹੈ। ਜਿਵੇਂ ਸਤਿਗੁਰਾਂ ਨੇ ਕਿਹਾ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਹ ਸੰਗਤ ਦੀ ਅਸੀਸ ਮਿਲ ਜਾਏ ਤੇ ਸਤਿਗੁਰੂ ਦੀ ਅਸੀਸ ਹੁੰਦੀ ਹੈ। ਆਪ ਨਾਮ ਰੂਪੀ ਅਸੀਸ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ, ਕੱਲ ਵੀ ਆਪਾਂ ਥੋੜਾ ਜਿਹਾ ਰਾਗਾਂ ਦਾ ਜ਼ਿਕਰ ਕੀਤਾ ਸੀ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜਿਸ ਨੂੰ ਗੁਰਗੱਦੀ ਦਿੱਤੀ ਗਈ ਸਵਰੂਪ ਨੂੰ, ਉਸ ਵਿੱਚ 31 ਰਾਗ ਨੇ ਜਿਹੜੇ ਆਪਾਂ ਹੁਣ ਵੀ ਦਰਸ਼ਨ ਕਰਨੇ ਆ। 31 ਰਾਗਾਂ ਵਿੱਚੋਂ ਇੱਕ ਰਾਗ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿਰਫ ਉਸ ਦੀ ਵਰਤੋਂ ਕੀਤੀ, ਉਸ ਵਿੱਚ ਬਾਣੀ ਉਚਾਰਨ ਕੀਤੀ। ਉਸ ਰਾਗ ਨੂੰ ਆਪਾਂ ਜੈਜਾਵੰਤੀ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹਾਂ। ਉਂਝ ਉਸ ਤੋਂ ਪਹਿਲਾਂ 30 ਰਾਗ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਪ੍ਰਥਮ ਪ੍ਰਕਾਸ਼ ਹੋਇਆ ਹੈ। ਸਾਧ ਸੰਗਤ ਥੋੜਾ ਜਿਹਾ ਆਪ ਧਿਆਨ ਦਿਆ ਜੇ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਇਹ ਬਖਸ਼ਿਸ਼ ਕੀਤੀ ਹੈ। 19 ਰਾਗ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਵਰਤੇ ਸਨ, ਜਾਂ ਜਿਨ੍ਹਾਂ 19 ਰਾਗਾਂ ਵਿੱਚ ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰਨ ਕੀਤੀ, ਇੱਕ ਤਾਂ ਗੁਰੂ ਰਾਮਦਾਸ ਜੀ ਨੇ ਆਦਿ ਗੁਰੂ ਜੀ ਦੇ ਜਿਹੜੇ ਰਾਗ ਨੇ ਉਹਨਾਂ ਦੀ ਵਰਤੋਂ ਕੀਤੀ, ਉਹਨਾਂ ਵਿੱਚ ਬਾਣੀ ਉਚਾਰਨ ਕੀਤੀ। ਦੂਸਰਾ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੀ 11 ਰਾਗ ਆਪਣੇ ਕੋਲੋਂ ਹੋਰ ਲਏ ਆ। 19 ਰਾਗ ਗੁਰੂ ਨਾਨਕ ਸਾਹਿਬ ਜੀ ਵਾਲੇ, 11 ਰਾਗ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਹੋਰ ਲਏ, ਤੇ ਸੋਢੀ ਸੁਲਤਾਨ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹਨਾਂ 30 ਰਾਗਾਂ ਦੇ ਵਿੱਚੋਂ ਹੀ ਆ ਰਾਗ ਤਿਲੰਗ ਹੈ, ਜਿਸ ਵਿੱਚ ਚੌਥੇ ਪਾਤਸ਼ਾਹ ਅੱਜ ਸਾਨੂੰ ਅਸੀਸ ਦਿੰਦੇ ਹਨ। ਹਰ ਕੀਆ ਕਥਾ ਕਹਾਣੀਆਂ, ਗੁਰ ਮੀਤ ਸੁਣਾਈਆ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਆਰੰਭ ਵਿੱਚ ਬਖਸ਼ਿਸ਼ ਕਰਦੇ ਆ, ਹਰ ਕੀਆਂ ਕਥਾ ਕਹਾਣੀਆਂ, ਗੁਰਮੀਤ ਸੁਣਾਈਆਂ। ਹਰ ਦਾ ਲਫ਼ਜ਼ੀ ਅਰਥ ਭਾਵੇਂ ਕੋਸ਼ ਵਿੱਚ ਬਹੁਤ ਜ਼ਿਆਦਾ ਦਿੱਤੇ ਗਏ ਆ,
ਪਰ ਅਸੀਂ ਸਿੱਧੇ ਅਰਥ ਗੁਰਬਾਣੀ ਵੀ ਜਦੋਂ ਇਹ ਸ਼ਬਦ ਹੁੰਦਾ ਹੈ ਤੇ ਇਹਦੇ ਅਰਥ ਅਸੀਂ ਹਰੀ ਪ੍ਰਭੂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਕਰਨੇ ਆ। ਹਰ ਕੀਆਂ ਇਹਦਾ ਅਰਥ ਹੋ ਗਿਆ ਹਰੀ ਦੀਆਂ, ਪਰਮਾਤਮਾ ਦੀਆਂ ਕਥਾ ਕਹਾਣੀਆਂ, ਪਾਰ ਬ੍ਰਹਮ ਪਰਮੇਸ਼ਵਰ ਦੀਆਂ ਕਥਾ, ਪਰਮਾਤਮਾ ਦੀਆਂ ਕਹਾਣੀਆਂ, ਉਹਦੀਆਂ ਸਿਫਤਾਂ ਦੇ ਬੋਲ। ਮਹਾਰਾਜ ਕਹਿੰਦੇ ਨੇ ਗੁਰ ਮੀਤ ਸੁਣਾਈਆਂ। ਗੁਰ ਦਾ ਅਰਥ ਹੋ ਗਿਆ ਸਤਿਗੁਰੂ ਤੇ ਮੀਤ ਦਾ ਅਰਥ ਹੈ ਮਿੱਤਰ ਨੇ। ਫਿਰ ਬੇਨਤੀ ਹੈ ਤੱਤੇ ਨੂੰ ਸਿਹਾਰੀ ਹੈ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਗੁਰੂ ਰਾਮਦਾਸ ਕਹਿੰਦੇ ਨੇ ਖਰੀ ਪਰਮਾਤਮਾ ਦੀਆਂ ਕਥਾ ਕਹਾਣੀਆਂ ਸਾਨੂੰ ਗੁਰੂ ਮਿੱਤਰ ਨੇ ਸੁਣਾਈਆਂ ਨੇ। ਜਾਂ ਇਉਂ ਅਰਥ ਕਰੀਏ ਜੀ ਗੁਰੂ ਮਿੱਤਰ ਨੇ ਪਾਰ ਬ੍ਰਹਮ ਪਰਮੇਸ਼ਵਰ ਦੀਆਂ ਕਥਾ ਕਹਾਣੀਆਂ ਸੁਣਾਈਆਂ ਨੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦਾ ਪੁਰਬ ਆਪਾਂ ਮਨਾਉਣ ਜਾ ਰਹੇ ਹਾਂ, ਉਂਝ ਤਾਂ ਇੱਥੇ ਰੋਜ਼ਾਨਾ ਹੀ 24 ਘੰਟੇ 8 ਪਹਿਰ ਹੀ ਅਗੰਮੀ ਰੂਹਾਨੀ ਖੇਡ ਵਰਤਦੀ ਹੈ। ਪਰ ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ, ਜਿਨ੍ਹਾਂ ਨੇ ਗੁਰੂ ਕਾਲ ਵਿੱਚ ਹਜ਼ੂਰ ਦੇ ਦੀਦਾਰ ਕੀਤੇ, ਜਦੋਂ ਉਹਨਾਂ ਦੀ ਅੰਮ੍ਰਿਤ ਬਾਣੀ ਵਿੱਚੋਂ ਗੁਰੂ ਰਾਮਦਾਸ ਦੇ ਦਰਸ਼ਨ ਕਰਨੇ ਆ, ਸ਼ਬਦਕ ਰੂਪ ਵਿੱਚ ਦਰਸ਼ਨ ਕਰਨੇ ਆ, ਤੇ ਸਾਨੂੰ ਪਤਾ ਲੱਗਦਾ ਹੈ ਕਿ ਗੁਰੂ ਰਾਮਦਾਸ ਸਾਹਿਬ ਮਹਾਰਾਜ ਉਹਨਾਂ ਦਾ ਸਵਰੂਪ, ਉਹਨਾਂ ਦੇ ਅੰਦਰ ਦੀ ਅਵਸਥਾ। ਚਲੋ ਗੁਰੂ ਦੀ ਅਵਸਥਾ ਦਾ ਅੰਤ ਕੋਈ ਨਹੀਂ ਪਾ ਸਕਦਾ, ਪਰ ਸਾਨੂੰ ਸਮਝਣ ਵਾਸਤੇ ਤੇ ਮੈਂ ਪਿਛਲੇ ਦਿਨ ਇੱਕ ਅਰਜ਼ ਕੀਤੀ, ਅੱਜ ਵੀ ਅਸੀਂ ਗੁਰੂ ਸਾਹਿਬ ਜੀ ਦੀ ਜਦੋਂ ਗੱਲ ਕਰਨੇ ਆ, ਇਤਿਹਾਸ ਦੀ ਗੱਲ ਕਰੀਏ, ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ, ਇਹ 'ਚ ਕੋਈ ਸ਼ੱਕ ਨਹੀਂ ਸਾਨੂੰ ਅਨਮਤ ਦੇ ਵਿਦਵਾਨਾਂ ਨੂੰ ਪੜ੍ਹਨਾ ਚਾਹੀਦਾ ਹੈ। ਪਰ ਅਕਸਰ ਜ਼ਿਆਦਾਤਰ ਬੰਦੇ ਉਹ ਕੀ ਕਰਨਗੇ, ਗੁਰੂ ਇਤਿਹਾਸ ਦੀ ਵਿਆਖਿਆ ਕਰਦੇ ਆ, ਯਾਦ ਰੱਖੋ ਅਨਮਤ ਦੇ ਬੰਦਿਆਂ ਨੂੰ ਪਹਿਲ ਦੇਣਗੇ ਕੋਟ ਕਰ ਲੱਗਿਆ। ਫਲਾਣੇ ਅੰਗਰੇਜ਼ ਨੇ ਆ ਲਿਖਿਆ, ਫਲਾਣੇ ਮੁਸਲਮਾਨ ਨੇ ਆ ਲਿਖਿਆ। ਅਸੀਂ ਪ੍ਰਸੰਨ ਹੁੰਦੇ ਹਾਂ, ਚਾਹੀਦਾ ਵੀ ਹੈ ਕਿ ਜਿਨ੍ਹਾਂ ਗੁਰੂ ਦੀਆਂ ਸਿਫਤਾਂ ਲਿਖੀਆਂ ਉਹਨਾਂ ਦਾ ਜ਼ਿਕਰ ਕੀਤਾ ਜਾਏ, ਉਹਨਾਂ ਨੂੰ ਆਪਾਂ ਜ਼ਰੂਰ ਕੋਟ ਕਰੀਏ। ਪਰ ਹੱਥ ਜੋੜ ਕੇ ਬੇਨਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ, ਜਿਨ੍ਹਾਂ ਨੇ ਸਤਿਗੁਰਾਂ ਨੂੰ ਸੁਣਿਆ, ਜਿਨ੍ਹਾਂ ਨੂੰ ਸਤਿਗੁਰਾਂ ਦੀ ਸੰਗਤ ਦੀ ਛੂਹ ਮਿਲੀ, ਜਿਨ੍ਹਾਂ ਦੇ ਅੰਦਰ ਸਤਿਗੁਰੂ ਨੇ ਰੂਹਾਨੀ ਗਿਆਨ ਦਾ ਭੰਡਾਰਾ ਭਰ ਦਿੱਤਾ, ਉਹਨਾਂ ਦੇ ਬੋਲ ਪਹਿਲ ਦੇ ਆਧਾਰ ਤੇ ਸੰਗਤ ਨੂੰ ਸੁਣਾਈਏ। ਕਿਉਂਕਿ ਜਿਨ੍ਹਾਂ ਨੂੰ ਅਸੀਂ ਕੋਟ ਕਰ ਰਹੇ ਹਾਂ ਉਹਨਾਂ ਦੇਖਿਆ ਨਹੀਂ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਚੋਂ ਦਰਸ਼ਨ ਕਰੋਗੇ ਗੁਰਮੁਖੋ, ਉਹਨਾਂ ਨੇ ਗੁਰੂ ਨੂੰ ਨੇੜੇ ਹੋ ਕੇ ਦੇਖਿਆ ਹੈ। ਉਸ ਵਿੱਚ ਨੇ ਸਾਡੇ ਕੋਲ ਭੱਟ ਸਾਹਿਬਾਨ ਜੀ, ਉਸ ਵਿੱਚ ਨੇ ਸਾਡੇ ਕੋਲ ਗੁਰੂ ਸਾਹਿਬ ਦੇ ਰਬਾਬੀ ਬਾਬਾ ਸੱਤਾ ਔਰ ਬਲਵੰਡ ਜੀ। ਬਾਬਾ ਸ਼ਬਦ ਵਰਤੀ, ਚਲੋ ਉੱਥੇ ਤਾਂ ਇਹੀ ਹੈ, ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ। ਉਹ ਚਸ਼ਮਦੀਦ ਗਵਾਹ ਨੇ ਉਸ ਵੇਲੇ ਦੇ। ਉਸ ਤੋਂ ਇਲਾਵਾ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਸਨਮਾਨਯੋਗ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ, ਜਿਨ੍ਹਾਂ ਦਾ ਰਾਮਕਲੀ ਸਾਧੂ ਉਚਾਰਨ ਕੀਤਾ ਹੋਇਆ। ਉਸ ਤੋਂ ਅੱਗੇ ਚੱਲੋ, ਸਾਡੇ ਕੋਲ ਨੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ, ਜਿਨ੍ਹਾਂ ਨੇ ਖੂਨ ਦਾ ਰਿਸ਼ਤਾ ਵੀ ਸੀ, ਪਰ ਸੱਚ ਇਹ ਨੇੜੇ ਹੋ ਕੇ ਦੇਖਿਆ, ਮਾਣਿਆ, ਸੁਣਿਆ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲਿਖਿਆ ਤੇ ਗੁਰਸਿੱਖੋ ਉਹਨਾਂ ਨੇ ਸਿੱਖੀ ਕਮਾਈ ਤੇ ਉਹਨਾਂ ਨੂੰ ਸਤਿਗੁਰੂ ਦੀਆਂ ਅਸੀਸਾਂ ਪ੍ਰਾਪਤ ਹੋਈਆਂ। ਉਹਨਾਂ ਨੇ ਵੀ ਹਜ਼ੂਰ ਦੀ ਸਿਫਤ ਵਿੱਚ ਬੋਲ ਲਿਖੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ। ਉਸ ਤੋਂ ਬਾਅਦ ਸਾਡੇ ਕੋਲ ਨੇ ਦਸ਼ਮੇਸ਼ ਸਤਿਗੁਰੂ ਜੀ ਦੇ ਬਚਨ, ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ, ਉਸ ਵਿੱਚੋਂ ਸਾਨੂੰ ਜ਼ਿਕਰ ਮਿਲੇਗਾ। ਉਸ ਤੋਂ ਬਾਅਦ ਨੇ ਸਾਡੇ ਕੋਲ ਸ਼੍ਰੀਮਾਨ ਭਾਈ ਸਾਹਿਬ ਭਾਈ ਨੰਦ ਲਾਲ ਜੀ, ਉਹਨਾਂ ਦੀ ਰਚਨਾ ਭਾਵੇਂ ਫਾਰਸੀ 'ਚ ਹੈ ਜ਼ਿਆਦਾ, ਪਰ ਗੁਰੂ ਦੀ ਸਿਫਤ ਵਿੱਚ ਉਹਨਾਂ ਦੇ ਬੋਲ ਨੇ। ਮੇਰੇ ਸਿਰਫ ਕਹਿਣ ਤੋਂ ਮੁਰਾਦ ਇਹ ਸੀ ਕਿ ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ ਆਪ ਜੀ ਸਵਈਏ ਪੜ੍ਹਦੇ ਸੁਣਦੇ ਹੋ। ਅੱਜ ਦੋ ਤੁਕਾਂ ਮੈਂ ਆਪ ਨਾਲ ਸਾਂਝੀਆਂ ਕਰਨੀਆਂ ਨੇ ਕਿ ਗੁਰੂ ਰਾਮਦਾਸ ਜੀ ਕੀ ਨੇ। ਭੱਟ ਸਾਹਿਬ ਜੀ ਕਹਿੰਦੇ ਨੇ ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ। ਇਹ ਸ਼ਬਦ ਫਿਰ ਆਪ ਜੀ ਸੁਣਿਓ, ਹਰ ਨਾਮ ਰਸਿਕ ਕਿ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਨਾਮ ਦੇ ਰਸੀਏ ਨੇ, ਉਹ ਨਾਮ ਦੇ ਰਸਕ ਨੇ, ਉਹ ਨਾਮ ਦਾ ਰਸ ਮਾਣਦੇ ਨੇ,
ਉਹ ਨਾਮ ਦੇ ਰਸ ਦੇ ਵਿੱਚ ਭਰਪੂਰ ਨੇ, ਸੱਚਮੁੱਚ ਭਿੱਜੇ ਹੋਏ ਨੇ। ਹਰ ਨਾਮ ਰਸਿਕ, ਨਾਮ ਦੇ ਰਸੀਏ ਨੇ। ਗੋਬਿੰਦ ਗੁਣ ਗਾਹਕ, ਗੋਬਿੰਦ ਦਾ ਅਰਥ ਹੈ ਪਰਮਾਤਮਾ, ਗਾਹਕ ਦਾ ਅਰਥ ਹੈ ਚਾਹਵਾਨ, ਖਰੀਦਣ ਵਾਲਾ ਜੀ, ਵਪਾਰ ਕਰਨ ਵਾਲਾ। ਗੁਰੂ ਰਾਮਦਾਸ ਪਰਮਾਤਮਾ ਦੇ ਨਾਮ ਦੇ ਰਸੀਏ ਨੇ, ਗੋਬਿੰਦ ਦੇ ਗੁਣਾਂ ਦੀ ਵਣਜ ਕਰਨ ਵਾਲੇ ਨੇ। ਹਰ ਨਾਮ ਰਸਿਕ, ਗੋਬਿੰਦ ਗੁਣ ਗਾਹਕ, ਗ੍ਰਾਹਕ ਨੇ ਨਾਮ ਗੁਣਾਂ ਦੇ। ਚਾਹਕ ਤਤ, ਚਾਹਕ ਦਾ ਅਰਥ ਹੈ ਚਾਹੁਣ ਵਾਲੇ, ਤੇ ਤਤ ਦਾ ਲਫ਼ਜ਼ੀ ਅਰਥ ਕਰਾਂਗੇ ਬ੍ਰਹਮ ਪਰਮਾਤਮਾ ਵਾਹਿਗੁਰੂ। ਗੁਰੂ ਰਾਮਦਾਸ ਨਾਮ ਕੇ ਰਸੀਏ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਪਰਮਾਤਮਾ ਦੇ ਗੁਣਾਂ ਦੇ ਵਪਾਰੀ। ਤੇ ਤੀਸਰਾ ਬਚਨ ਕਿ ਗੁਰੂ ਰਾਮਦਾਸ ਤਤ ਪਰਮਾਤਮਾ ਦੇ ਚਾਹੁਣ ਵਾਲੇ ਨੇ। ਹਰ ਨਾਮ ਰਸਿਕ, ਗੋਬਿੰਦ ਗੁਣ ਗਾਹਕ, ਚਾਹਕ। ਅੱਗੇ ਹੈ ਚਾਹਕ ਤਤ ਸਮਤ ਸਰੇ। ਸਮਤ ਸਰੇ ਦਾ ਅਰਥ ਹੈ ਸਭ ਨੂੰ ਸਮ ਦ੍ਰਿਸ਼ਟੀ ਨਾਲ ਦੇਖਣ ਵਾਲੇ। ਉਹਨਾਂ ਦੀ ਨਜ਼ਰ ਵਿੱਚ ਕੋਈ ਦਵੈਸ਼ ਨਹੀਂ, ਉਹਨਾਂ ਦੀ ਨਜ਼ਰ ਵਿੱਚ ਕੋਈ ਮੇਰ ਤੇਰ ਨਹੀਂ, ਉਹਨਾਂ ਦੀ ਨਜ਼ਰ ਵਿੱਚ ਕੋਈ ਦੁਜੈਗੀ ਨਹੀਂ, ਉਹਨਾਂ ਦੀ ਨਜ਼ਰ ਵਿੱਚ ਕੋਈ ਦੂਜਾ ਭਾਵ ਨਹੀਂ। ਸੱਚ ਇਹ ਵੇ ਕਿ ਗੁਰੂ ਰਾਮਦਾਸ ਸਭ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਣ ਵਾਲੇ ਆ। ਚਾਰ ਬਚਨ ਆਪਾਂ ਪੜ੍ਹੇ। ਹਰ ਨਾਮ ਰਸਿਕ, ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ। ਅੱਗੇ ਭੱਟ ਸਾਹਿਬ ਜੀ ਕਹਿੰਦੇ ਨੇ ਕਵ ਕਲ ਠਾਕੁਰ। ਭੱਟ ਕਲ ਜੀ ਕਹਿ ਰਹੇ ਠਾਕੁਰ ਦਾ ਅਰਥ ਸੁਆਮੀ ਮਾਲਕ। ਕਵ ਕਲ ਠਾਕੁਰ ਹਰ ਦਾਸ ਤਨੇ। ਹਰ ਦਾਸ ਧੰਨ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਨਾਮ ਹੈ। ਤੇ ਤਨੇ ਦਾ ਅਰਥ ਹੈ ਪੁੱਤਰ। ਇਹਦਾ ਅਰਥ ਹੋ ਗਿਆ ਨਾਮ ਦੇ ਰਸੀਏ, ਗੋਬਿੰਦ ਦੇ ਗੁਣਾਂ ਦੇ ਵਪਾਰੀ, ਤਤ ਪਰਮਾਤਮਾ ਨੂੰ ਚਾਹੁਣ ਵਾਲੇ, ਸਭ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਣ ਵਾਲੇ। ਸੱਚ ਇਹ ਵੇ ਕਿ ਬਾਬਾ ਹਰਦਾਸ ਜੀ ਉਹਨਾਂ ਦੇ ਪੁੱਤਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰ ਅਪਾਰ ਭਰੇ। ਇਸ ਬੇਨਤੀ ਨੂੰ ਸੁਣਿਓ ਕਿਉਂਕਿ ਅਸੀਂ ਸਿਰਫ ਅੱਜ ਅਖਰੀ ਅਰਥੀ ਕਰਨੇ ਨੇ। ਮਹਾਰਾਜ ਕਹਿ ਰਹੇ ਨੇ, ਭੱਟ ਜੀ ਕਹਿ ਰਹੇ ਉਹਨਾਂ ਚਸ਼ਮਦੀਦ ਗਵਾਹ ਨੇ, ਉਹਨਾਂ ਤੋਂ ਪੁੱਛ ਕੇ ਦੇਖੋ। ਉਹ ਕਹਿ ਰਹੇ ਨੇ ਭਾਈ ਗੁਰਸਿੱਖੋ, ਬਾਬਾ ਠਾਕੁਰ ਹਰਦਾਸ ਦੇ ਪੁੱਤਰ ਗੁਰੂ ਰਾਮਦਾਸ ਜੀ ਇੰਨੀਆਂ ਰਹਿਮਤਾਂ ਦੇ ਮਾਲਕ ਨੇ। ਉਹ ਖਾਲੀ ਸਰੋਵਰਾਂ ਨੂੰ ਭਰਨ ਵਾਲੇ ਨੇ, ਉਹ ਕਾਲੀ ਹਿਰਦਿਆਂ ਨੂੰ ਭਰਨ ਵਾਲੇ ਨੇ, ਜਿਹੜੇ ਅੰਦਰ ਨਾਮ ਤੋਂ ਸੁੱਕ ਚੁੱਕੇ ਨੇ, ਜਿਹੜੇ ਨਾਮ ਤੋਂ ਵਿਰਵੇ ਹੋ ਗਿਆ। ਧੰਨ ਗੁਰੂ ਰਾਮਦਾਸ ਜਦੋਂ ਅੰਮ੍ਰਿਤ ਦ੍ਰਿਸ਼ਟ ਕਰਦੇ ਨੇ, ਅੰਦਰ ਦੇ ਸਰੋਵਰ ਵੀ ਨਾਮ ਦੇ ਨਾਲ ਭਰ ਦਿੰਦੇ ਨੇ। ਮਹਾਰਾਜ ਉਹਨਾਂ ਨੇ ਦੇਖਿਆ ਕਿ ਭੱਟਾਂ ਨੇ ਹਰ ਨਾਮ ਰਸਿਕ, ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ। ਕਵ ਕਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਾਰ ਅਪਾਰ ਭਰੇ। ਐਸੇ ਗੁਰੂ ਰਾਮਦਾਸ ਰਸੀਏ ਨੇ। ਤੇ ਹੁਣ ਸ਼ਬਦ ਕਹਿੰਦੇ ਨੇ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਗੁਰੂ ਦੀ ਸਿਫਤ ਕਰ ਰਹੇ ਆ ਕਿ ਹਰ ਕੀਆਂ ਕਥਾ ਕਹਾਣੀਆਂ, ਪਰਮਾਤਮਾ ਦੀਆਂ ਕਥਾ, ਪਰਮਾਤਮਾ ਦੀਆਂ ਕਹਾਣੀਆਂ ਸਾਨੂੰ ਗੁਰੂ ਮਿੱਤਰ ਨੇ ਸੁਣਾਈਆਂ ਨੇ। ਗੁਰੂ ਮਿੱਤਰ ਨੇ ਦੱਸਿਆ ਪਰਮਾਤਮਾ ਐਸੇ ਨੇ। ਉਂਝ ਵੈਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਿੱਖ ਨੂੰ ਵੀ ਕਿਹਾ ਜਾਂਦਾ ਤੂੰ ਰੱਬ ਦੀ ਗੱਲ ਸੁਣਾ। ਆਪ ਜੀ ਪੜ੍ਹਦੇ ਹੋ ਬਾਣੀ ਵਿੱਚ ਇੱਕ ਬਚਨ ਹੁੰਦਾ, ਆਵੋ ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ। ਕਰਾਂ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ। ਇਹਦੇ ਵਿੱਚ ਵੀ ਕਿਹਾ ਆਓ ਕਥਾ ਕਹਾਣੀਆਂ ਕਰੀਏ। ਮਹਾਰਾਜ ਦਾ ਇੱਕ ਬਚਨ ਹੁੰਦਾ, ਆਵੋ ਭੈਣੇ ਗੱਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕਰੈ ਕਹਾਣੀਆਂ ਸਮਰੱਥ ਕੰਤ ਕੀਆਂ। ਆਪਣੇ ਸਮਰੱਥ ਪਰਮਾਤਮਾ ਦੀ ਕਥਾ ਕਹਾਣੀ ਕਰੀਏ, ਉਹਨੂੰ ਸੁਣੀਏ। ਇੱਥੇ ਇੱਕ ਬਚਨ ਹੋਰ ਆਪ ਨਾਲ ਸਾਂਝਾ ਕਰਾਂ। ਉਂਝ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ 17 ਰਾਗਾਂ ਵਿੱਚ ਦਰਜ ਹੈ। ਉਹਨਾਂ ਦੇ ਕੁਝ ਵਾਰਤਕ ਬੋਲ ਨੇ, ਸਾਡੇ ਵਿਦਵਾਨ ਸੱਜਣਾ ਨੇ ਉਹ ਸੰਗ੍ਰਹਿ ਕੀਤੇ ਹੋਏ ਨੇ। ਉਸ ਵਿੱਚ ਕੁਝ ਬੇਨਤੀ ਹੈ ਕਿ ਗੁਰੂ ਅਮਰਦਾਸ ਜੀ ਸਿੱਖਾਂ ਨੂੰ ਬਚਨ ਕਰਦੇ ਆ। ਦੋ ਤਿੰਨ ਮੈਂ ਗੱਲਾਂ ਆਪਣਾ ਸਾਂਝੀਆਂ ਕਰਨੀਆਂ ਨੇ। ਉਹ ਉੱਥੇ ਲਿਖਦੇ ਨੇ, ਗੁਰੂ ਜੀ ਕਾ ਆਖਣਾ ਹੈ, ਗੱਲ ਕਰ ਰਹੇ ਹਾਂ ਕਥਾ ਕਹਾਣੀਆਂ ਦੀ। ਗੁਰੂ ਜੀ ਕਾ ਆਖਣਾ ਹੈ, ਇਹਦਾ ਮਤਲਬ ਗੁਰੂ ਅਮਰਦਾਸ ਦਾ ਕਹਿਣਾ ਹੈ, ਅੰਨ ਭੁੱਖ ਲੱਗੀ ਜੀਵਣਾ ਭਰੇ ਤੇ ਭਰਨਾ ਨਹੀਂ। ਕਿ ਗੁਰੂ ਅਮਰਦਾਸ ਦਾ ਕਹਿਣਾ ਹੈ ਕਿ ਅੰਨ ਉਦੋਂ ਖਾਣਾ ਜਦੋਂ ਭੁੱਖ ਲੱਗੇ, ਭਰੇ ਹੋਏ ਪੇਟ ਤੇ ਜੀਭ ਦੀ ਸਵਾਦ ਦੀ ਖਾਤਰ ਭਰਨਾ ਨਹੀਂ। ਕਿਉਂਕਿ ਪੇਟ ਤਾਂ ਕਈ ਵਾਰੀ ਰੱਜ ਜਾਂਦਾ, ਆ ਨਿੱਕਾ ਜਿਹਾ ਜਿਹੜਾ ਜੀਭ ਦਾ ਮਾਸ ਦਾ ਟੁਕੜਾ ਇਹ ਨਹੀਂ ਰੱਜਦਾ ਛੇਤੀ, ਢਿੱਡ ਭਰਿਆ ਹੁੰਦਾ।
फिर भी स्वाद पिछे कहता चलो कोई नहीं, जे तुसां क्या आप खा ही लेने, वो तुसां करके नहीं, वो असां करके अपनी जीभ करके खांदा है। उत्थे लिखा गुरु जी का आखना है कि अन्न भुख लगी जेवना, भरे ते भरना नहीं, सौना तां जां नींद आए, बौरा बहुता सौना गाफलताई है। और बड़े सौखे जे शब्द ने जी, सौना तां जे नींद आए, बहुता सौना गाफलताई है। अकै बाणी पढ़नी, अकै नाम जपना, ये गुरु का आखना है। कि अर्थ हो गया कि बाणी पढ़नी, अकै नाम जपना, अकै गुरु कीयां गल्लां करनियां। ਇਹਦਾ मतलब कि बाणी पढ़ो, नाम जपो, जिथे इकट्ठे होवे गुरमुखो उत्थे फिर गुरु दियां कथा कहानियां करिए, गुरु दियां सिफतां करिए। इत्थे गुरु रामदास महाराज कहंदे ने खरी दियां कथा कहानियां सानू गुरु मित्र ने सुनाइयां हन। बलिहारी गुर आपने गुर को बल जाइया। बलिहारी गुर अपने, मैं अपने इस सतगुरु जी तो बलिहार जाना, कुर्बान जाना वा। फिर कहते ने गुर को बल जाइया, दोबारा फिर कह रहे ने अपने सतगुरु तो गुरु तो बलिहार जांदा कां। आए मिल गुर सिख आए मिल, तू मेरे गुरु के प्यारे। अगे फिर बचन करते ने आए मिल गुर सिख आए मिल। गुरमुखो एदू वड्डी मोहब्बत, एदू वड्डा प्यार, एदू वड्डा निग किसे भी गोद दा नहीं देना जिन्ना धन गुरु रामदास सिख नूं निग दे रहे हैं। महाराज कहते ने आए मिल गुर सिख आए मिल, क्योंकि शब्दावली बड़ी सरल है, अर्थ ना भी करांगा समझ पै रही है, पर कथा के हिसाब नाल इहदा अर्थ हो गया आ गुर सिखा तू आ के मिल, मैनू मिल। ते केड़ा गुरसिख अगे हजूर बख्शिश कर देखा, तू मेरे गुरु के प्यारे। गुरसिखा मैनू आके मिल। अगला बचन कौन, तू मेरे गुरु दा प्यारा है। तेनू मेरा गुरु प्यार करदा है, ते जिन्नू गुरु प्यार करदा है गुरमुखो ओनू गुरु रामदास आवाजा मारदे ने कि आए मिल गुरसिख आए मिल, तू मेरे गुरु के प्यारे। हे मेरे गुरु दे प्यारे गुरसिखा, तू मैनू आके मिल। ये वैसे रहाओ दे बचन ने शब्द च, इहदा मतलब कि केंद्री भाव कह लीए। गुरमुखो भावें सिख शब्द गुरसिख शब्द असी अक्सर अपनी रसना तो वरतने हैं, क्योंकि साडे नाल जुड़िया भी है कि सिख पंथ जा वरतने आ, सिख धर्म शब्द किया जाता है। पर मैं बेनती करा, असल विच उंज सिख शब्द महाराज जी ने वरतिया, पहला गुरु नानक साहब ने भी वरतिया कि मत विच रतन जवाहर मानक जे एक गुर की सिख सुनी। उत्थे सिख दा लफ्जी अर्थ सिक्ख्या है जां गुरु दा उपदेश है। गुरु अमरदास ने सिख लफ्ज की वरतों की, आवो सिख सतगुरु के प्यारिओ गावो सच्ची बाणी, सिख शब्द वरतिया। उन्हां दा एक होर बचन है कि जे को सिख गुरु सेती सन्मुख होवे तां सन्मुख सिख कोई जियो रहे गुर नाले। इहदा मतलब गुरु नानक साहब जी धन गुरु अमरदास महाराज सिख लफ्ज की वरतों कर रहे आ, पर धन गुरु रामदास जी ने एक होर किरपा की। महाराज गुरु रामदास जी ने पहली बार ये शब्द वरता सिख दा रोजाना रूहानी जीवन की है। चलो अखरी अर्थ सीधे ने भी गुरु के सिखा मैनू आ मिल, मेरे गुरु दे प्यारे। गुरमुखो गुरु दे प्यारे कह, आए मिल गुरसिख आए मिल, तू मेरे गुरु के प्यारे। ये मैं लफ्जी अर्थ गुरु दे प्यारे कर रहा, शब्द तो केव है ना कि तू मैनू आ के मिल। मैं अर्ज करा, सब तो पहला गुरु रामदास जी ने सिख की परिभाषा अपनी बाणी भी दिती, गुरसिख कौन है। उंज लफ्जी अर्थ बड़े सौखे ने जी, गुरसिख दा अर्थ गुरु दा सिख। सिख दा अर्थ एक बारी मैं कीता सी, साडे सज्जन ये भी करदे आ, विद्यार्थी जां स्टूडेंट जां चेला चाटड़ा जां शिष्य शब्द वरतने असीं शिष्य कहने आ। अर्ज है गुरु शब्द भी आउंदा है ते गुरु दे अर्थ भी कोश विच अनेकां मिलदे ने।
ਹੁਣ ਜਦੋਂ ਸਾਡੇ ਸੱਜਣ ਕਈ ਵਾਰੀ ਕਰਨ ਲੱਗਦੇ ਆ, ਕਿਸੇ ਤੇ ਤਰਕ ਨਹੀਂ, ਜਿਵੇਂ ਗੁਰੂ ਦਾ ਟੀਚਰ, ਮਾਸਟਰ, ਉਸਤਾਦ, ਹੁਨਰ ਸਿਖਾਉਣ ਵਾਲਾ। ਪਰ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਦੇ ਅਰਥ ਕੇਵਲ ਬੌਧਿਕ ਤੌਰ ਤੇ ਗਿਆਨ ਦੇਣ ਵਾਲਾ ਨਹੀਂ। ਗੁਰੂ ਜੀ ਦੇ ਅਰਥ ਕੇਵਲ ਮਾਸਟਰ ਟੀਚਰ ਨਹੀਂ। ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਜਿਸ ਨੂੰ ਤੂੰ ਮੱਥਾ ਟੇਕਣਾ, ਇਸ ਸਤਿਗੁਰੂ ਵਿੱਚ ਪਰਮੇਸ਼ਵਰ ਆਪ ਵਰਤਦਾ ਹੈ। ਫਿਰ ਅਰਜ਼ ਸੁਣਿਓ, ਗੁਰੂ ਦੇ ਵਿੱਚ ਪਰਮਾਤਮਾ ਵਰਤਦਾ। ਜਿਵੇਂ ਆਪਾਂ ਪਾਠ ਕਰ ਰਹੇ ਹਾਂ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚ ਮਹਾਰਾਜ ਜੀ ਨੇ ਕਿਹਾ ਕਿ ਬਿਨ ਸਤਿਗੁਰੂ ਕਿਨੈ ਨਾ ਪਾਇਆ, ਬਿਨ ਸਤਿਗੁਰੂ ਕਿਨੈ ਨਾ ਪਾਇਓ। ਮਹਾਰਾਜ ਕਹਿੰਦੇ ਕਿ ਉਸ ਪਰਮਾਤਮਾ ਨੂੰ, ਵਾਹਿਗੁਰੂ ਨੂੰ, ਬਿਨ ਸਤਿਗੁਰੂ ਕਿਨੈ ਨਾ ਪਾਇਓ, ਬਿਨ ਸਤਿਗੁਰੂ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਇਹ ਉੱਚੀ ਆਵਾਜ਼ ਵਿੱਚ ਪ੍ਰਗਟ ਕਰਕੇ ਕਹਿ ਦਿੱਤਾ, ਭਾਈ ਸਤਿਗੁਰੂ ਦਾ ਅਰਥ ਕੇਵਲ ਮਾਸਟਰ ਸੱਚਾ ਗੁਰੂ ਨਾ ਕਰੀਏ, ਇਹਦਾ ਪਰਿਭਾਸ਼ਿਕ ਅਰਥ ਹੈ ਜਿਸ ਵਿੱਚ ਪਰਮਾਤਮਾ ਆਪ ਵਰਤਦਾ ਹੈ। ਇਹੀ ਕਾਰਨ ਕਿ ਗੁਰੂ ਘਰ ਦੇ ਰਬਾਬੀਆਂ ਨੇ ਗੁਰੂ ਰਾਮਦਾਸ ਜੀ ਦੀ ਜਦੋਂ ਸਿਫਤ ਕੀਤੀ ਨਾ, ਉਸ ਵਿੱਚ ਉਹਨਾਂ ਨੇ ਸ਼ਬਦ ਵਰਤੇ। ਇਹਦੇ ਅਰਥ ਵੈਸੇ ਆਉਣ ਵਾਲੇ ਦਿਨਾਂ 'ਚ ਕਰਾਂਗੇ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਧੀ ਗੱਲ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਉਹ ਵੇ ਜਿਹੜਾ ਸੂਕੇ ਖਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਹੇ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਦੀ ਉਹ ਉੱਚਤਾ ਹੈ ਕਿ ਬਲਿਹਾਰੀ ਗੁਰ ਆਪਣੀ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਮੈਂ ਸੰਖੇਪ ਅਰਜ਼ ਕਰਾਂ, ਸਭ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਨੇ ਗੁਰਸਿੱਖ ਕੌਣ ਹੈ, ਉਹ ਸ਼ਲੋਕ ਗੌੜੀ ਕੀ ਵਾਰ ਵਿੱਚ ਦਰਜ ਕੀਤਾ। ਅਰਥ ਉਹਦੇ ਬੜੇ ਸਰਲ ਨੇ। ਬਸ ਐਸੇ ਗੁਰਸਿੱਖ ਨੂੰ ਬੁਲਾਇਆ ਕਿ ਉਹ ਸਿੱਖ ਜਿਹੜਾ ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ, ਸੋ ਭਲਕੈ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਫਿਰ ਮਹਾਰਾਜ ਕਹਿੰਦੇ ਨੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੈ। ਮਹਾਰਾਜ ਕਹਿੰਦੇ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਆ ਗੁਰਸਿੱਖ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੈ। ਜਿਸ ਨੂੰ ਦਿਆਲ ਹੋਵੈ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾ। ਆ ਹੈ ਗੁਰੂ ਕਾ ਪਿਆਰਾ। ਮੈਂ ਥੋੜਾ ਜਿਹਾ ਇਸ਼ਾਰਾ ਤਾਂ ਕੀਤਾ, ਉਹੀ ਤਾਂ ਸਾਰੀ ਮੈਂ ਵੀ ਕਹਿਣਾ, ਮੇਰੇ ਤੋਂ ਵੱਡਾ ਕੋਈ ਨਹੀਂ। ਮਹਾਰਾਜ ਗੁਰੂ ਰਾਮਦਾਸ ਇੱਕ ਨਾਲ ਗੱਲ ਕਹਿ ਰਿਹਾ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਮੇਰੇ ਪਿਆਰੇ ਗੁਰੂ ਦੇ ਸਿੱਖਾ ਮੈਨੂੰ ਆ ਕੇ ਮਿਲ। ਤੇ ਮੈਂ ਆਪ ਨੂੰ ਬੇਨਤੀ ਕੀਤੀ, ਗੁਰਸਿੱਖ ਹੋ ਜਿਹਦੇ ਅੰਦਰ ਸਾਸ ਗਿਰਾਸ ਨਾਮ ਚੱਲਦਾ ਹੈ। ਗੁਰਸਿੱਖ ਹੋ ਜਿਹੜਾ ਦੁਕਾਨ ਤੇ ਖੇਤਾਂ ਵਿੱਚ ਕਿਤੇ ਵੀ ਹੋਵੇ, ਬੈਠਿਆਂ ਉੱਠਿਆਂ ਕੇਵਲ ਗੁਰੂ ਗੁਰੂ ਜਪਦਾ ਹੈ। ਗੁਰਸਿੱਖ ਉਹ ਜਿਹੜਾ ਰੋਜ਼ਾਨਾ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਹੈ। ਗੁਰਸਿੱਖ ਹੋ ਜਿਹੜਾ ਬੈਠ ਕੇ ਗੁਰੂ ਦੇ ਦਿੱਤੇ ਹੋਏ ਗੁਰਮੰਤਰ ਦੀ ਅਭਿਆਸ ਕਰਦਾ ਹੈ। ਮਹਾਰਾਜ ਕਹਿੰਦੇ ਸਿੱਖ ਆ ਮਿਲ ਤੂੰ ਸਾਨੂੰ। ਇੱਥੇ ਇੱਕ ਹੋਰ ਬੇਨਤੀ, ਪੁਰਾਤਨ ਸਮੇਂ ਵਿੱਚ ਸਿੱਖਾਂ ਦਾ ਆਪਸੀ ਬੜਾ ਪਿਆਰ ਸੀ, ਬਹੁਤ ਮੁਹੱਬਤ ਸੀ। ਚਲੋ ਸਮੇਂ ਦੇ ਨਾਲ ਕਈ ਵਾਰੀ ਸੋਕਾਂ ਪੈ ਜਾਂਦਾ ਹੈ, ਧੜੇਬੰਦੀਆਂ ਉੱਠ ਖਲੋਂਦੀਆਂ ਨੇ, ਆਪੋ ਆਪ ਨੂੰ ਪ੍ਰਮੋਟ ਕਰਨ ਦਾ ਪੂਰਾ ਯਤਨ ਕੀਤਾ ਜਾਂਦਾ ਹੈ। ਉਂਝ ਵੈਸੇ ਪੁਰਾਣੇ ਸਮੇਂ ਮੈਂ ਇੱਕ ਦਿਨ ਸੁਣਾਇਆ ਸੀ ਕਿ 4 ਮਿਲੇ 64 ਖਿਲੇ, ਮਿਲੇ 20 ਕਰ ਜੋਰ, ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। ਮੈਨੂੰ ਯਾਦ, ਮੈਂ ਇੱਕ ਵਾਰ ਇੱਥੇ ਕਥਾ 'ਚ ਕਿਹਾ, ਮੈਂ ਜੇ ਰਿਪੀਟ ਕਰਨ ਲੱਗਾ, 4 ਮਿਲੇ ਅਗਿਣਤੀ ਹੈ, 64 ਖਿਲੇ, ਮਿਲੇ 20 ਕਰ ਜੋਰ, ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। 4 ਮਿਲੇ ਦਾ ਲਫ਼ਜ਼ੀ ਅਰਥ, ਇਹਦੇ ਅਰਥ ਇਹਨੇ ਇੱਕ ਸਿੱਖ ਤੁਰਿਆ ਜਾ ਰਿਹਾ ਹੈ ਤੇ ਅਚਨਚੇਤ ਸਾਹਮਣਿਓਂ ਮੋੜ ਤੋਂ ਕਹੋ ਜਾਂ ਰਸਤੇ ਵਿੱਚ ਦੂਜਾ ਸਿੱਖ ਮਿਲ ਗਿਆ। ਹੁਣ ਦੋਨਾਂ ਸਿੱਖਾਂ ਦੇ 2-2 ਨੇਤਰ ਨੇ, 4 ਮਿਲੇ। ਇੱਕ ਨੇ ਇੱਕ ਦੇ ਚਿਹਰੇ ਨੂੰ ਦੇਖਿਆ, ਦੂਜੇ ਨੇ ਦੂਜੇ ਨੂੰ ਦੇਖਿਆ,
ਤੇ ਇਹਨਾਂ ਦੋਨਾਂ ਦੀਆਂ ਚਾਰ ਅੱਖਾਂ ਆਪਸ ਵਿੱਚ ਮਿਲ ਗਈਆਂ। ਇਹਦਾ ਮਤਲਬ ਚਾਰ ਨੇਤਰ ਮਿਲ ਗਏ, ਚਾਰ ਮਿਲੇ 64 ਖਿਲੇ, ਅੱਗੇ 64 64 ਦਰ ਤੇ 64 32 ਦੰਦ ਨੇ ਮੂੰਹ 'ਚ। ਜਦੋਂ ਅੱਖਾਂ ਮਿਲੀਆਂ ਤੇ ਇਹ ਨਹੀਂ ਮੱਥੇ ਤੇ ਵੱਟ ਪਾ ਲਿਆ, ਨਹੀਂ ਗੁਰਮੁਖੋ ਖਿੜ ਗਿਆ ਮੱਥਾ, ਤੇ ਇੱਕੋ ਦਮ ਜਦੋਂ ਵੇਖ ਕੇ ਮੁਸਕਰਾਏ ਤੇ ਕਹਿਣ ਲੱਗੇ 32 ਦੰਦ ਦੋਨਾਂ ਦੇ ਅਨਾਰ ਦੇ ਦਾਣਿਆਂ ਵਰਗੇ ਖੇੜੇ ਵਿੱਚ ਆ ਗਏ। ਸਿੱਖ ਸਿੱਖ ਨੂੰ ਮਿਲ ਕੇ ਹੱਸਣ ਲੱਗਦਾ, ਮੁਸਕਰਾਉਂਦਾ ਹੈ। ਚਾਰ ਮਿਲੇ 64 ਖਿਲੇ, ਅੱਗੇ ਹੈ ਮਿਲੇ 20 ਕਰ ਜੋਰ, ਕਰ ਦਰ ਤੇ ਹੱਥ। ਜਦੋਂ ਦੋਨਾਂ ਨੇ ਦੇਖਿਆ ਆਪਸ ਚ ਮੁਸਕਰਾਏ ਤੇ ਆਪਸ ਵਿੱਚ ਫਤਿਹ ਬੁਲਾਉਣ ਲੱਗੇ, ਦੋਨਾਂ ਦੇ ਹੱਥ ਜੁੜ ਗਏ। ਉਂਝ ਚਲੋ ਅੱਜ ਕੱਲ ਤਾਂ ਹੈ ਨਾ ਹੱਥ ਉੱਤ ਮਿਲਾਉਣ ਲੱਗ ਪਏ ਆ, ਉਂਝ ਗੁਰਸਿੱਖੀ ਚ ਅਸੀਂ ਦੇਖਦੇ ਹਾਂ ਕਿ ਹੱਥ ਜੋੜ ਕੇ ਫਤਿਹ ਹੀ ਬੁਲਾਈ ਜਾਂਦੀ ਹੈ। ਮਹਾਰਾਜ ਕਹਿੰਦੇ, ਉਸ ਸੱਜਣ ਲਿਖਦੇ ਆ ਕਿ ਮਿਲੇ 20 ਕਰ ਜੋਰ ਜਦੋਂ ਹੱਥ ਜੋੜੇ ਤੇ ਦੋਨਾਂ ਦੀਆਂ 10 ਉਂਗਲਾਂ 20 ਜੁੜ ਗਈਆਂ। ਫਿਰ ਸੁਣਿਓ, ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ, ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। ਹੁਣ 7 ਕਰੋੜ ਕੀ ਹੈ? ਵੈਸੇ ਪੁਰਾਣੇ ਸ਼ਾਸਤਰ ਕਹਿੰਦੇ ਆ ਕਿ ਇੱਕ ਬੰਦੇ ਦੇ ਸਰੀਰ ਦੇ ਰੋਮ 3.5 ਕਰੋੜ ਹੁੰਦੇ ਆ। ਮੈਂ ਬੇਨਤੀ ਕਰਾਂਗਾ ਸਿੱਧੀ ਗਿਣਤੀ ਜੀ ਲਈ, ਖਿਲੇ ਮਹਾਰਾਜ ਕਹਿੰਦੇ ਆ, ਉਹ ਕਹਿ ਰਹੇ ਨੇ 3.5 ਕਰੋੜ ਇੱਕ ਦਾ, 3.5 ਕਰੋੜ ਇੱਕ ਦਾ। ਮਿਲੇ 20 ਕਰ ਜੋ, ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। 7 ਕਰੋੜ ਰੋਮ ਵਿੱਚੋਂ ਗੁਰੂ ਗੁਰੂ ਦੀ ਆਵਾਜ਼ ਆਉਣ ਲੱਗ ਪਈ, ਆਪਸ ਵਿੱਚ ਮਿਲੇ। ਇਹ ਹੈ ਗੁਰਸਿੱਖ ਕੀ ਮਿਲਣੀ। ਮਹਾਰਾਜ ਕਹਿੰਦੇ ਨੇ, ਮੈਨੂੰ ਗੁਰੂ ਕੇ ਸਿੱਖਾਂ ਆ ਮਿਲ, ਆਏ ਮਿਲ, ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਤੁਸੀਂ ਮੈਨੂੰ ਆ ਕੇ ਮਿਲੋ। ਇਹ ਰਹਾਉ ਦੇ ਬਚਨ ਹਨ। ਰਹਾਉ ਹਰ ਕੇ ਗੁਣ ਹਰ ਪਾਵੰਦੇ, ਸੇ ਗੁਰੂ ਤੇ ਪਾਏ। ਹਰ ਕੇ ਗੁਣ ਹਰ ਭਾਵੰਦੇ, ਇਹਦਾ ਮਤਲਬ ਹੋ ਗਿਆ, ਅਰਥ ਹੈ ਖਰੀ ਦੇ ਗੁਣ ਹੀ ਖਰੀ ਨੂੰ ਚੰਗੇ ਲੱਗਦੇ ਆ। ਅਖਰੀ ਅਰਥ ਇਹ ਨੇ। ਭਾਵ ਅਰਥ ਇਹ ਹੈ ਕਿ ਜੇ ਪਰਮਾਤਮਾ ਨੂੰ ਰਿਝਾਣਾ ਹੈ ਤੇ ਉਹਦੇ ਗੁਣਾਂ ਦੀਆਂ ਸਿਫਤਾਂ ਕਰੋ, ਸਿਫਤ ਹੀ ਉਹਨੂੰ ਚੰਗੀ ਲੱਗਦੀ ਹੈ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਮਹਾਰਾਜ ਕਹਿੰਦੇ, ਜਿਹੜੇ ਪਰਮਾਤਮਾ ਦੇ ਗੁਣ ਪਰਮਾਤਮਾ ਨੂੰ ਭਾਉਂਦੇ ਆ, ਉਹ ਸੀ ਸਤਿਗੁਰਾਂ ਤੋਂ ਮਿਲੇ ਨੇ, ਉਹ ਗੁਰੂ ਨੇ ਬਖਸ਼ਿਸ਼ ਕੀਤੇ ਹਨ। ਜਿਨ ਗੁਰ ਕਾ ਭਾਣਾ ਮੰਨਿਆ, ਤਿਨ ਘੁੰਮ ਘੁੰਮ ਜਾਏ। ਤੇ ਜਿਸ ਗੁਰਸਿੱਖ ਨੇ ਆਪਣੇ ਗੁਰੂ ਦੇ ਭਾਣੇ ਨੂੰ ਸਤ ਕਰਕੇ ਮੰਨ ਲਿਆ, ਜੋ ਗੁਰੂ ਜੀ ਨੇ ਹੁਕਮ ਕੀਤਾ, ਕੋਈ ਤਰਕ ਨਹੀਂ ਕੀਤਾ, ਕੋਈ ਕਟਾਕਸ਼ ਨਹੀਂ ਕੀਤਾ, ਬਸ ਸਤ ਬਚਨ ਕਰਕੇ ਸੀਸ ਝੁਕਾ ਦਿੱਤਾ। ਮਹਾਰਾਜ ਕਹਿੰਦੇ, ਗੁਰੂ ਦੇ ਭਾਣੇ ਵਿੱਚ ਰਹਿਣ ਵਾਲਿਓ, ਹੁਕਮੀ ਗੁਰਸਿੱਖੋ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ। ਜਿਨ ਸਤ ਗੁਰ ਪਿਆਰਾ ਦੇਖਿਆ, ਤਿਨ ਕੋ ਵਾਰੀ। ਹਜ਼ੂਰ ਕਹਿੰਦੇ ਨੇ, ਗੁਰਸਿੱਖੋ, ਜਿਨ੍ਹਾਂ ਨੇ ਮੇਰੇ ਪਿਆਰੇ ਸਤਿਗੁਰੂ ਦੇ ਦਰਸ਼ਨ ਕੀਤੇ ਆ, ਜਿਨ੍ਹਾਂ ਨੇ ਪਿਆਰੇ ਸਤਿਗੁਰੂ ਨੂੰ ਆਪਣੇ ਨੇਤਰਾਂ ਨਾਲ ਦੇਖਿਆ, ਮੈਂ ਉਹਨਾਂ ਦਰਸ਼ਨ ਕਰਨ ਵਾਲੇ ਗੁਰਸਿੱਖਾਂ ਤੋਂ ਵੀ ਵਾਰਨੇ ਬਲਿਹਾਰਨੇ ਕੁਰਬਾਨ ਜਾਂਦਾ ਹਾਂ। ਜਿਨ ਗੁਰ ਕੀ ਕੀਤੀ ਚਾਕਰੀ, ਤਿਨ ਸਾਧ ਬਲਿਹਾਰੀ। ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦੀ ਨੌਕਰੀ ਕੀਤੀ, ਚਾਕਰੀ ਕੀਤੀ, ਤੇ ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਨੇ, ਮੈਂ ਉਹਨਾਂ ਤੋਂ ਸਦਾ ਲਈ ਬਰਿਹਾਰ ਜਾਣਾ। ਵੇਖੋ, ਇੱਕ ਤਾਂ ਚਾਕਰੀ ਦਾ ਮਤਲਬ ਹੁੰਦਾ ਵੀ ਜਿਵੇਂ ਕੋਈ ਗੁਰਦੁਆਰੇ ਨੌਕਰੀ ਕਰ ਰਿਹਾ ਹੈ ਤਾਂ ਸਾਰਾ ਸਿਸਟਮ, ਭਾਵੇਂ ਕੋਈ ਦਫ਼ਤਰ ਵਿੱਚ ਬੈਠਾ ਹੈ, ਭਾਵੇਂ ਕੋਈ ਚੌਬਦਾਰ ਹੈ, ਕਿਸੇ ਗੁਰੂ ਘਰ ਵਿੱਚ ਵੀ, ਇਹ ਵੀ ਤਾਂ ਇੱਕ ਚਾਕਰੀ ਹੈ। ਪਰ ਇਹਦਾ ਅੰਤਰੀਵ ਅਰਥ ਕੱਲਾ ਤਨਖਾਹ ਵਾਲੀ ਚਾਕਰੀ ਨਹੀਂ। ਜਿਨ੍ਹਾਂ ਨੇ ਸਤਿਗੁਰੂ ਦੇ ਨਾਮ ਸਿਮਰਨ ਦੀ ਚਾਕਰੀ ਕੀਤੀ, ਜਿਨ੍ਹਾਂ ਨੇ ਸਤਿਗੁਰੂ ਨੂੰ ਰਿਝਾਣ ਵਾਸਤੇ ਚਾਕਰੀ ਕੀਤੀ। ਚਾਕਰੀ ਦਾ ਮਤਲਬ ਕਿ ਉਹਦੀ ਨੌਕਰੀ ਉਹਦੇ ਹੀ ਸਨਮੁਖ ਹੋ ਗਏ। ਜਿਨ੍ਹਾਂ ਨੇ ਨਾਮ ਜਪਿਆ, ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਨੇ ਸਤਿਗੁਰੂ ਦੀ ਚਾਕਰੀ ਕੀਤੀ ਹੈ, ਮੈਂ ਉਹਨਾਂ ਤੋਂ ਸਦਾ ਬਲਿਹਾਰ ਜਾਂਦਾ ਹਾਂ। ਹਰ ਹਰ ਤੇਰਾ ਨਾਮ ਹੈ, ਦੁੱਖ ਮੇਟਨ ਹਾਰਾ। ਅੱਗੇ ਹੁਣ ਸਤਿਗੁਰੂ ਹਰੀ ਜੀ ਨੂੰ ਸੰਬੋਧਨ ਕਰ ਰਹੇ ਨੇ ਕਿ ਹੇ ਹਰੀ ਪਰਮਾਤਮਾ ਜੀ, ਵਾਹਿਗੁਰੂ ਜੀ, ਤੁਹਾਡਾ ਜਿਹੜਾ ਨਾਮ ਹੈ ਨਾ, ਇਹ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ, ਦੁੱਖਾਂ ਨੂੰ ਮੇਟਣ ਵਾਲਾ ਹੈ। ਗੁਰ ਸੇਵਾ ਤੇ ਪਾਈਐ,
ਗੁਰਮੁਖ ਨਿਸਤਾਰਾ। ਗੁਰੂ ਦੀ ਸੇਵਾ ਕੀਤਿਆਂ, ਗੁਰੂ ਜੀ ਦੇ ਸਨਮੁਖ ਰਿਆਂ, ਇਸ ਭਵ ਸਾਗਰ ਤੋਂ ਨਿਸਤਾਰਾ ਹੋ ਜਾਂਦਾ ਹੈ, ਪਾਰ ਹੋ ਜਾਈਦਾ ਹੈ। ਇਹਦਾ ਮਤਲਬ ਪ੍ਰਭੂ ਤੁਹਾਡਾ ਨਾਮ ਦੁੱਖ ਮੇਟਣ ਵਾਲਾ ਹੈ। ਗੁਰੂ ਦੀ ਸੇਵਾ ਕੋਈ ਕਰੇ, ਚਿੱਤ ਲਾ ਕੇ ਕਰੇ। ਮੇਰੀ ਬੇਨਤੀ, ਚਿੱਤ ਲਾਉਣ ਦਾ ਮਤਲਬ ਕਿ ਫਿਜ਼ੀਕਲ ਤੌਰ ਤੇ ਸੇਵਾ ਕਰਦਾ ਹੋਵੇ ਤੇ ਅੰਦਰ ਵਾਲਾ ਚਿੱਤ ਗੁਰੂ ਦੇ ਸ਼ਬਦ ਦਾ ਜਾਪ ਕਰਦਾ ਹੋਵੇ। ਫਿਰ ਬੇਨਤੀ ਸੁਣਿਓ, ਕਿਉਂਕਿ ਜਿਹੜੀ ਸੇਵਾ ਹੈ ਨਾ ਗੁਰੂ ਘਰ ਦੀ, ਫਿਰ ਕਿਸ ਦਿਨ ਪ੍ਰਕਰਨ ਆਵੇਗਾ ਆਪਾਂ ਕਰਾਂਗੇ। ਸੇਵਾ ਕਰਮ ਹੈ, ਕੋਈ ਸ਼ੱਕ ਨਹੀਂ ਕਿ ਅਸੀਂ ਫਿਜ਼ੀਕਲ ਕਰਮ, ਇੱਥੇ ਇੰਨੀਆਂ ਸੰਗਤਾਂ, ਭਾਂਡਿਆਂ ਦੀ ਸੇਵਾ, ਝਾੜੂ ਦੀ ਸੇਵਾ, ਪ੍ਰਕਰਮਾਂ ਦੀ ਸੇਵਾ, ਗੁਰਮੁਖੋ ਕਿੱਡੀ ਵੱਡੀ ਬਖਸ਼ਿਸ਼ ਹੈ। ਪਰ ਯਾਦ ਰੱਖਿਓ, ਇਹ ਸੇਵਾ ਕੇਵਲ ਕਰਮ ਨਹੀਂ, ਕਰਮ ਹੈ ਫਿਜ਼ੀਕਲ। ਇਸ ਕਰਮ ਦੇ ਵਿੱਚੋਂ ਕਰੈਕਟਰ ਪੈਦਾ ਹੋਣਾ ਹੈ। ਇਹਦੇ ਸਿੱਧੇ ਪੰਜਾਬੀ ਸ਼ਬਦ ਕਹਾਂ ਕਿ ਸੇਵਾ ਕੇਵਲ ਕਰਮ ਨਹੀਂ, ਸੇਵਾ ਇੱਕ ਰੂਹਾਨੀ ਆਚਰਣ ਹੈ। ਸੇਵਾ ਕਰਨ ਵਾਲੇ ਦੇ ਅੰਦਰ ਸ਼ਬਦ ਦੀ ਕਲਾ ਵਰਤਦੀ ਹੈ। ਗਾਗਰ ਤੋਂ ਲੋਕਾਂ ਪਾਣੀ ਲੋਕੀ ਭਰਦੇ ਸਨ ਪੁਰਾਣੇ ਸਮੇਂ। ਆਪ ਨੂੰ ਪਤਾ ਹੋਣਾ, ਪਿੰਡਾਂ ਵਿੱਚ ਇੱਕ ਇਹ ਵੀ ਬਰਾਦਰੀ ਹੁੰਦੀ ਸੀ, ਮੈਂ ਜਾਤ ਪਾਤ ਦੀ ਗੱਲ ਨਹੀਂ ਕਰ ਰਿਹਾ, ਜਿਨ੍ਹਾਂ ਦਾ ਕੰਮ ਸੀ ਪਾਣੀ ਭਰਨਾ, ਘੜਿਆਂ ਨਾਲ, ਮਟਕਿਆਂ ਨਾਲ, ਗਾਗਰਾਂ ਨਾਲ। ਉਹ ਪੁਸ਼ਤ ਦਰ ਪੁਸ਼ਤ ਕੰਮ ਕਰਦੇ ਸਨ ਪਾਣੀ ਭਰਨ ਦਾ। ਉਹ ਸਿਰਫ ਪਾਣੀ ਭਰਨ ਤੱਕ ਸੀਮਿਤ ਰਹਿੰਦੇ ਸਨ। ਪਰ ਜਦੋਂ ਬਾਬਾ ਅਮਰਦਾਸ ਨੇ 12 ਸਾਲ ਮੋਢੇ ਤੇ ਗਾਗਰ ਰੱਖ ਕੇ ਪਾਣੀ ਢੋਣ ਦਾ ਕਰਮ ਕੀਤਾ, ਕਰਮ ਉਹਨਾਂ ਵੀ ਕੀਤਾ ਹੈ, ਪਰ ਇਸ ਕਰਮ ਦੇ ਵਿੱਚੋਂ ਧੰਨ ਗੁਰੂ ਅਮਰਦਾਸ ਪੈਦਾ ਹੋਇਆ ਹੈ। ਇਹ ਕੇਵਲ ਕਰਮ ਨਹੀਂ ਗੁਰਮੁਖੋ ਹੈ, ਮੈਂ ਕਿਹਾ ਫਿਜ਼ੀਕਲ, ਇਹ ਕਰਮ ਵਿੱਚੋਂ ਆਚਰਣ ਹੈ, ਇਸ ਵਿੱਚੋਂ ਰੂਹਾਨੀ ਜੀਵਨ ਨਿਕਲਦਾ ਹੈ। ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ, ਮੈਂ ਉਹਨਾਂ ਤੋਂ ਕੁਰਬਾਨ ਬਲਿਹਾਰੇ ਜਾਂਦਾ ਖਾਂ। ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ। ਗੁਰੂ ਦੀ ਸੇਵਾ ਨਾਲ ਪਿਆਰਿਓ ਇਸ ਭਵ ਸਾਗਰ ਤੋਂ ਪਾਰ ਹੋਈਦਾ ਹੈ। ਜੋ ਹਰ ਨਾਮ ਧਿਆਏਂਦੇ ਤੇ ਜਨ ਪਰਵਾਨਾ। ਜਿਹੜੇ ਹਰੀ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ, ਇੱਥੇ ਤੇ ਬਹੁ ਵਚਨ ਚ ਉਹ ਪਰਮਾਤਮਾ ਦੇ ਜਨ ਜਿਹੜੇ ਨੇ ਪ੍ਰਭੂ ਦੇ ਘਰ ਵਿੱਚ ਪ੍ਰਵਾਨ ਹੁੰਦੇ ਹਨ। ਤਿਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ। ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਜਿਹੜੇ ਦਿਨ ਰਾਤ ਜਪਦੇ ਨੇ ਉਹਨਾਂ ਤੋਂ ਦਾਸ ਨਾਨਕ ਕੁਰਬਾਨ ਜਾਂਦਾ ਹੈ, ਉਹਨਾਂ ਤੋਂ ਮੈਂ ਬੁਲਹਾਰ ਜਾਂਦਾ ਹਾਂ। ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ। ਇਹ ਖਰੀ ਉਂਝ ਤਾਂ ਸਾਰੀ ਦੁਨੀਆ ਕੋਈ ਰਾਮ ਕਹਿੰਦੀ, ਕੋਈ ਅੱਲਾ ਕਹਿੰਦੀ ਹੈ, ਕੋਈ ਵੈਗੁਰੂ ਕਹਿੰਦੀ ਹੈ, ਕੋਈ ਗੋਡ ਕਹਿੰਦੀ ਹੈ, ਕੋਈ ਪਰਮੇਸ਼ਵਰ ਕਹਿੰਦੀ ਹੈ, ਕੋਈ ਬੀਠਲ ਕਹਿੰਦਾ, ਕੋਈ ਗੋਬਿੰਦੇ ਕਹਿੰਦਾ, ਕੋਈ ਮੁਕੰਦੇ ਕਹਿੰਦਾ, ਪਰ ਅਸਲ ਵਿੱਚ ਤੇਰੀ ਉਸਤਤ ਹੋਵੇ ਜਿਹੜੀ ਤੈਨੂੰ ਭਾ ਜਾਏ। ਫਿਰ ਬੇਨਤੀ ਸੁਣਿਓ, ਦੁਬਾਰਾ ਪੜੋ ਭਾਈ ਸੰਤੋਖ। ਸਾਹਰ ਤੇਰੀ ਉਸਤਤ ਹੈ। ਹਰੀ ਜੀ ਉਹ ਹੀ ਤੇਰੀ ਉਸਤਤ ਹੈ, ਉਹ ਹੀ ਲੇਖੇ ਵਿੱਚ ਪਾਉਣੀ ਹੈ। ਕਿਹੜੀ? ਸੋ ਹਰ ਪ੍ਰਭ ਭਾਵੈ। ਜਿਹੜੀ ਹਰੀ ਨੂੰ ਆਪ ਭਾਜੈ, ਜਿਹੜਾ ਉਹਨੂੰ ਚੰਗਾ ਲੱਗੇ। ਮਹਾਰਾਜ ਕਹਿੰਦੇ ਉਹ ਹੀ ਸਿਫਤ ਤੈਨੂੰ ਸਵੀਕਾਰ ਹੈ। ਜੋ ਗੁਰਮੁਖ ਪਿਆਰਾ ਸੇਵੰਦੇ ਤਿਨ ਹਰ ਫਲ ਪਾਵੈ। ਜਿਹੜੇ ਗੁਰੂ ਦੇ ਸਨਮੁਖ ਹੋ ਕੇ ਹਰੀ ਨੂੰ ਸੇਵਦੇ ਨੇ, ਉਹਨਾਂ ਨੂੰ ਪਰਮਾਤਮਾ ਦੀ ਸਿਫਤ ਸਲਾਹ ਰੂਪ ਫਲ ਮਿਲਦਾ ਹੈ। ਕਈਆਂ ਗੁਰਮੁਖਾਂ ਨੇ 4 ਪਦਾਰਥ ਕੀਤੇ ਨੇ, ਇਹਦਾ ਮਤਲਬ ਉਹਨਾਂ ਦਾ ਜੀਵਨ ਸਫਲ ਹੁੰਦਾ ਹੈ। ਜਿਨ੍ਹਾਂ ਹਰ ਸੇਤੀ ਪਿਰਹੜੀ ਤਿਨਾ ਜੀ ਪ੍ਰਭ ਨਾਲੇ। ਜਿਨ੍ਹਾਂ ਦਾ ਹਰੀ ਨਾਲ ਪਿਰਹੜੀ ਦਾ ਅਰਥ ਕਰਾਂਗੇ ਪਿਆਰ ਮੁਹੱਬਤ, ਜਿਨ੍ਹਾਂ ਦੀ ਪਰਮਾਤਮਾ ਨਾਲ ਮੁਹੱਬਤ ਹੈ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਉਹਨਾਂ ਦੀ ਜਿੰਦ ਦੇ ਨਾਲ ਪਰਮਾਤਮਾ ਹੈ। ਫਿਰ ਬੇਨਤੀ ਸੁਣੋ, ਇੱਥੇ ਜੀ ਸ਼ਬਦ ਵਰਤੇ। ਜੀ ਦਾ ਅਰਥ ਹੈ ਜਿੰਦ। ਜਿੰਨੀ ਦੇਰ ਤੱਕ ਅਸੀਂ ਸਰੀਰ ਵਿੱਚ ਆ, ਸਾਡਾ ਸਾਥ ਹੈ, ਖੂਨ ਦੇ ਰਿਸ਼ਤੇ ਹੋਣਗੇ, ਆਪਣੇ ਮਿੱਤਰ ਸੱਜਣ ਹੋਣਗੇ, ਤੇ ਗੁਰਮੁਖੋ ਜਿੱਦਨ ਐਸ ਸਰੀਰ ਵਿੱਚੋਂ ਆਤਮਾ ਨਿਕਲ ਗਈ, ਜਿਹਨੂੰ ਅਸੀਂ ਜੀਓ ਕਹਿੰਦੇ ਆ, ਜਿੰਦ ਕਹਿੰਦੇ ਆ, ਸਰੀਰ ਨੂੰ ਤਾਂ ਸਾਂਭਣ ਵਾਲੇ ਆ ਜਾਣਗੇ, ਇਸ਼ਨਾਨ ਕਰਾ ਦਿੱਤਾ, ਇਹਦਾ ਸੰਸਕਾਰ ਕਰ ਦਿੱਤਾ, ਇਹਦਾ ਭੋਗ ਪਾ ਦਿੱਤਾ, ਪਰ ਜਿਹੜਾ ਇਹਦੇ ਵਿੱਚੋਂ ਨਿਕਲ ਕੇ ਗਿਆ ਉਹਨੂੰ ਕੌਣ ਸਾਂਭੇਗਾ? ਗੁਰੂ ਰਾਮਦਾਸ ਕਹਿੰਦੇ ਨੇ ਉਹਨੂੰ ਫਿਰ ਪਰਮਾਤਮਾ ਦਾ ਨਾਮ ਸਾਂਭੇਗਾ। ਜਿਨ੍ਹਾਂ ਦੀ ਹਰੀ ਨਾਲ ਪ੍ਰੀਤ ਹੈ, ਉਹਨਾਂ ਦੀ ਜਿੰਦ ਦਾ ਮਦਦਗਾਰ ਹਰੀ ਹੈ।
ਪਰਮਾਤਮਾ ਉਹਨਾਂ ਦੀ ਜਿੰਦ ਦੇ ਨਾਲ ਤੁਰਦਾ ਹੈ। ਹੋਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ। ਉਹ ਆਤਮਿਕ ਜੀਵਨ ਖਰੀ ਨੂੰ ਜਪ ਜਪ ਕੇ ਹੀ ਜੀਂਦੇ ਨੇ। ਸੱਚ ਇਹ ਵੇ ਉਹ ਹਰ ਵਕਤ ਪਰਮਾਤਮਾ ਦੇ ਨਾਮ ਨੂੰ ਸੰਭਾਲਦੇ ਹਨ। ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਘੁੰਮ ਜਾਇਆ। ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਨੂੰ ਸਿਮਰਿਆ, ਹਜ਼ੂਰ ਕਹਿੰਦੇ ਨੇ ਮੈਂ ਉਹਨਾਂ ਤੋਂ ਘੁੰਮ ਜਾਇਆ, ਵਾਰ-ਵਾਰ ਬਲਿਹਾਰ ਜਾਂਦਾ ਹਾਂ। ਹੋਏ ਆਪ ਛੁੱਟੇ ਪਰਿਵਾਰ ਸਿਓ ਸਭ ਜਗਤ ਛਡਾਇਆ। ਉਹ ਆਪ ਤਾਂ ਛੁੱਟੇ ਹੀ ਛੁੱਟੇ ਨੇ, ਉਹਨਾਂ ਦਾ ਪਰਿਵਾਰ ਵੀ ਛੁੱਟ ਗਿਆ, ਮੁਕਤ ਹੋ ਗਿਆ। ਤੇ ਮਹਾਰਾਜ ਕਹਿੰਦੇ ਨੇ ਉਹਨਾਂ ਕੋਲ ਇੰਨੀ ਕੁ ਤਾਕਤ ਹੈ, ਉਹ ਸਾਰੇ ਜਗਤ ਦਾ ਪਾਰ ਉਤਾਰਾ ਕਰ ਸਕਦੇ। ਹੁਣ ਮੇਰੀ ਬੇਨਤੀ ਇਹਨੂੰ ਸੁਹਿਰਦਤਾ ਨਾਲ ਲਿਆ ਜੇ। ਇਹਦਾ ਮਤਲਬ ਇਹ ਸਚਾਈ ਹੈ ਕਿ ਜਿਹੜਾ ਜਪਦਾ ਆਪ ਤਰਦਾ, ਕੁਟੰਬ ਤਰਦਾ, ਤੇ ਉਹਦੇ 'ਚ ਇੰਨੀ ਸਮਰੱਥਾ ਹੈ। ਮਹਾਰਾਜ ਕਹਿੰਦੇ ਨੇ ਕਿ ਆਪ ਤਰੇ ਤਰੇਨ ਸਰੀਠਾ, ਉਹ ਸ੍ਰਿਸ਼ਟੀ ਨੂੰ ਜਗਤ ਨੂੰ ਤਾਰਨ ਦੀ ਸਮਰੱਥਾ ਰੱਖਦਾ ਹੈ। ਗੁਰ ਪਿਆਰੇ ਹਰ ਸੇਵਿਆ ਗੁਰ ਧੰਨ ਗੁਰ ਧੰਨੋ। ਗੁਰ ਪਿਆਰੇ ਹਰ ਸੇਵਿਆ, ਗੁਰਮੁਖੋ ਸਮਰੱਥ ਗੁਰੂ ਨੇ, ਗੁਰੂ ਰਾਮਦਾਸ ਕਹਿੰਦੇ ਨੇ ਉਹਨਾਂ ਨੇ ਵੀ ਖਰੀ ਨੂੰ ਸੇਵਿਆ। ਧੰਨ ਧੰਨ ਸਤਿਗੁਰ ਜਿਹੜੇ ਜਿਨ੍ਹਾਂ ਨੇ ਆਪ ਬੰਦਗੀ ਕੀਤੀ, ਆਪ ਸਿਮਰਨ ਕੀਤਾ। ਗੁਰੂ ਨੇ ਉਸ ਪਿਆਰੇ ਖਰੀ ਨੂੰ ਸੇਵਿਆ ਤੇ ਉਹ ਸਤਿਗੁਰੂ ਧੰਨ ਹੈ, ਧੰਨ ਹੈ। ਗੁਰ ਹਰਿ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ। ਗੁਰ ਹਰ ਮਾਰਗ ਦੱਸਿਆ ਉਸ ਸਤਿਗੁਰੂ ਨੇ ਜਿਨਨੇ ਖਰੀ ਨੂੰ ਜਪਿਆ। ਮਹਾਰਾਜ ਕਹਿੰਦੇ ਨੇ ਉਹਨਾਂ ਨੇ ਸਾਨੂੰ ਪਰਮਾਤਮਾ ਦੇ ਘਰ ਦਾ ਰਸਤਾ ਦਿੱਤਾ। ਇੱਥੇ ਪੁੰਨ ਦਾ ਅਰਥ ਕਰਾਂਗੇ ਪਰਉਪਕਾਰ। ਸਭ ਤੋਂ ਵੱਡਾ ਪਰਉਪਕਾਰ ਗੁਰੂ ਦਾ ਇਹ ਹੈ ਕਿ ਭੁੱਲੇ ਜਾਂਦੇ ਨੂੰ ਪਰਮਾਤਮਾ ਦੇ ਘਰ ਦਾ ਰਾਹ ਦੱਸ ਦੇਗਾ। ਜੋ ਗੁਰ ਸਿੱਖ ਗੁਰ ਸੇਵੰਦੇ ਸੇ ਪੁੰਨ ਪਰਾਣੀ। ਜਿਹੜੇ ਗੁਰਸਿੱਖ ਗੁਰੂ ਨੂੰ ਚੇਤੇ ਕਰਦੇ ਨੇ, ਸੇਵਦੇ ਨੇ, ਪਿਆਰਿਓ ਉਹ ਪ੍ਰਾਣੀ ਧੰਤਾ ਜੋਗ ਨੇ, ਉਹ ਬਾਕੀ ਪਰਉਪਕਾਰੀ ਹਨ। ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਨੀ। ਧੰਨ ਗੁਰੂ ਰਾਮਦਾਸ ਫਿਰ ਕਹਿ ਰਹੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਨਾ, ਸਦਾ ਵਾਰਨੇ ਬਲਿਹਾਰਨੇ ਜਾਂਦਾ ਹਾਂ। ਗੁਰਮੁਖ ਸਖੀ ਸਹੇਲੀਆ ਸੇ ਆਪ ਹਰ ਭਾਈਆ। ਕਹਿੰਦੇ ਨੇ ਗੁਰਮੁਖ ਸਖੀ ਸਹੇਲੀਆ, ਇਹਦਾ ਅਰਥ ਹੈ ਸਤ ਸੰਗਤ ਕਰਨ ਵਾਲੇ ਗੁਰਮੁਖ। ਭਾਵੇਂ ਇਸੇ ਇਸਤਰੀ ਲਿੰਗ ਰੂਪ ਵਿੱਚ ਬਹੁਵਚਨ ਕਹੇ, ਇਹਦਾ ਅਰਥ ਇਹੀ ਕਰਾਂਗੇ ਸਤ ਸੰਗੀ ਗੁਰਮੁਖ ਜੀਉੜੇ। ਉਹਨਾਂ ਨੂੰ ਖਰੀ ਪਰਮਾਤਮਾ ਨੇ ਆਪ ਹੀ ਮਿਲਾਇਆ ਹੈ। ਹਰ ਦਰਗਹਿ ਪਹਿਨਾਈਆ ਹਰ ਆਪ ਗਲ ਲਾਈਆ। ਉਹ ਪਰਮਾਤਮਾ ਦੀ ਦਰਗਾਹ ਵਿੱਚ ਇੱਜ਼ਤ ਨਾਲ ਉਹਨਾਂ ਨੂੰ ਸਰਪਾਉ ਮਿਲਦੇ ਨੇ। ਫਿਰ ਬੇਨਤੀ ਹੈ, ਜਿਨ੍ਹਾਂ ਗੁਰਮੁਖ ਸਖੀਆਂ ਨੂੰ ਨਾਮ ਦੇ ਕੇ ਆਪਸ ਵਿੱਚ ਮਿਲਾਇਆ, ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਹਜ਼ੂਰ ਕਹਿੰਦੇ ਨੇ ਕਿ ਇੱਜ਼ਤ ਮਿਲਦੀ ਹੈ ਤੇ ਪਾਰ ਬ੍ਰਹਮ ਪਰਮੇਸ਼ਵਰ ਆਪਣੇ ਗਲੇ ਨਾਲ ਲਾਉਂਦੇ ਹਨ। ਜੋ ਗੁਰਮੁਖ ਨਾਮ ਧਿਆਏ ਦੇ ਤਿਨ ਦਰਸ਼ਨ ਦੀਜੈ। ਇੱਥੇ ਹੁਣ ਗੁਰੂ ਰਾਮਦਾਸ ਅਰਦਾਸ ਕਰਦੇ ਆ ਕਿ ਵਾਹਿਗੁਰੂ ਜੀ, ਜਿਹੜੇ ਗੁਰਮੁਖ ਆਪ ਜੀ ਦੀ ਇਬਾਦਤ ਕਰਦੇ ਨੇ, ਬੰਦਗੀ ਕਰਦੇ ਆ, ਤੁਸੀਂ ਇੱਕ ਕਿਰਪਾ ਕਰੋ ਸਾਨੂੰ ਉਹਨਾਂ ਦੇ ਦਰਸ਼ਨ ਬਖਸ਼ ਦਿਆ ਜੇ। ਫਿਰ ਬੇਨਤੀ ਹੈ, ਬੜੀ ਵੱਡੀ ਗੱਲ ਹੈ ਪਿਆਰਿਓ। ਉਂਝ ਵੈਸੇ ਅਰਦਾਸ ਵਿੱਚ ਅਸੀਂ ਰੋਜ਼ ਹੀ ਕਹਿੰਦੇ ਆ ਕਿ ਸਹੀ ਗੁਰਮੁਖ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ। हे ਪ੍ਰਭੂ ਉਹਨਾਂ ਦੇ ਦਰਸ਼ਨ ਬਖਸ਼ ਦਿਓ ਜਿਹੜੇ ਤੇਰੇ ਨਾਮ ਵਿੱਚ ਰਤੇ ਹਨ। ਹਮ ਤਿਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੈ। ਹੁਣ ਇਹੋ ਜੀ ਇਬਾਦਤ ਕਰਨ ਵਾਲੇ ਗੁਰਸਿੱਖਾਂ ਦੇ ਅਸੀਂ ਚਰਨ ਝਾੜਦੇ ਖਾਂ, ਉਹਨਾਂ ਦੀ ਧੂੜ ਮਸਤਕ ਤੇ ਲਾਉਂਦੇ ਆ, ਉਹਨਾਂ ਦੇ ਚਰਨ ਧੋਨੇ ਆ, ਪਖਾਲਨੇ ਆ, ਤੇ ਉਹਨਾਂ ਦੇ ਚਰਨਾਂ ਦੀ ਧੂੜ ਜਿਹੜੀ ਹੈ ਘੋਲ ਕੇ ਮੈਂ ਪੀਣਾ ਪਿਆ। ਅੱਤ ਦੀ ਨਿਮਰਤਾ ਗੁਰਮੁਖੋ, ਸੱਚੀ ਗੁਰੂ ਰਾਮਦਾਸ ਦੇ ਜਿੰਨੇ ਵੀ ਤੁਸੀਂ ਬਚਨ ਪੜੋਗੇ, ਜਿਹੜੇ ਸਹਿਜ ਪਾਠ ਕਰਦੇ ਆ, ਸਿਰਫ ਇੱਕ ਗੌੜੀ ਕੀ ਵਾਰ ਹੈ ਜਿੱਥੇ ਨਿੰਦਕਾਂ ਨੂੰ, ਦੋਖੀਆਂ ਨੂੰ, ਦੁਸ਼ਟਾਂ ਨੂੰ, ਸਾਖਤਾਂ ਨੂੰ, ਜਿਨ੍ਹਾਂ ਨੇ ਗੁਰੂ ਘਰ ਨਾਲ ਵੈਰ ਕਮਾਏ, ਉਹਨਾਂ ਸਾਰਿਆਂ ਦਾ ਜ਼ਿਕਰ ਮਹਾਰਾਜ ਜੀ ਨੇ ਕਰ ਦਿੱਤਾ। ਪਰ ਉਂਝ ਗੁਰੂ ਰਾਮਦਾਸ ਇੰਨੀ ਨਿਰਮਾਣਤਾ ਵਿੱਚ ਨੇ
ਕਹਿੰਦੇ ਨੇ ਉਹਨਾਂ ਗੁਰਸਿੱਖਾਂ ਦੇ ਚਰਨ ਧੋਵਾਂਗਾ, ਘੋਲ ਘੋਲ ਕੇ ਪੀਵਾਂਗੇ ਜਿਹੜੇ ਤੇਰੇ ਨਾਮ ਨੂੰ ਜਪਦੇ ਪਏ ਆ। ਇਸੇ ਕਰਕੇ ਹਜ਼ੂਰ ਦਾ ਇੱਕ ਬਚਨ, ਗੁਰਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਖਰ ਧੂੜ ਦੇਖ ਹਮ ਪਾਪੀ ਪੀ ਗਤ ਪਾਹੇ। ਹਜ਼ੂਰ ਇੱਥੇ ਨਾਮ ਜਪਣ ਵਾਲੇ ਦੀ ਸੇਵਾ ਦਾ ਜ਼ਿਕਰ ਕਰਦੇ ਹਨ। ਪਾਨ ਸੁਪਾਰੀ ਖਾਤੀਆ, ਮੁਖ ਬੀੜੀਆਂ ਲਾਈਆ। ਹੁਣ ਦੂਸਰਾ ਪੱਖ ਰੱਖ ਦਿੱਤਾ। ਪਹਿਲਾਂ ਤੇ ਇੱਥੋਂ ਤੱਕ ਸੀ ਗੁਰਸਿੱਖ, ਗੁਰਮੁਖ, ਨਾਮ ਜਪਣ ਵਾਲੇ, ਗੁਰੂ ਦਾ ਹੁਕਮ ਮੰਨਣ ਵਾਲੇ। ਹੁਣ ਅੱਗੇ ਇੱਕ ਉਹ ਵੀ ਮਹਾਰਾਜ ਨੇ ਕਿਸਮ ਪੈਦਾ ਕੀਤੀ ਹੈ ਸ੍ਰਿਸ਼ਟੀ ਵਿੱਚ ਜੀ। ਇਹ ਸ਼ਬਦ ਪਾਨ ਸੁਪਾਰੀ ਖਾਤੀਆਂ, ਮੁਖ ਬੀੜੀਆਂ ਲਾਈਆਂ, ਕਿ ਜਿਹੜੀਆਂ ਜੀਵ ਇਸਤਰੀਆਂ ਆ ਪਾਨ ਖਾਂਦੇ ਨੇ, ਸੁਪਾਰੀਆਂ ਖਾਂਦੇ ਨੇ, ਪਾਨ ਸੁਪਾਰੀ ਖਾਤੀਆਂ, ਮੁਖ ਬੀੜੀਆਂ। ਆਪ ਨੂੰ ਅਰਥ ਕਈ ਵਾਰੀ ਗੁਰਮੁਖਾ ਦੱਸਿਆ ਹੋਣਾ ਹੈ। ਇੱਥੇ ਬੀੜੀਆਂ ਦਾ ਅਰਥ ਆ ਦੂਜੀ ਜਗਤ ਜੂਠ ਵਾਲੀ ਬੇੜੀ ਨਹੀਂ। ਜਗਤ ਜੂਠ ਸਮਝੀਏ ਆਪਾਂ ਨਾ। ਇਹ ਸਿੱਖੀ ਵਿੱਚ ਆਮ ਲੋਕ ਤਮਾਕੂ ਕਹਿੰਦੇ ਆ, ਖਾਲਸੇ ਦੇ ਬੋਲਿਆਂ 'ਚ ਆਪਾਂ ਜਗਤ ਜੂਠ ਕਹਿੰਦੇ ਆ ਤਮਾਕੂ ਨੂੰ। ਉਹ ਤਮਾਕੂ ਵਾਲੀ ਬੀੜੀਆਂ ਨਹੀਂ, ਇੱਥੇ ਬੀੜੀਆਂ ਦਰ ਤੇ ਪਾਨ ਸੁਪਾਰੀ ਦੇ ਜਿਹੜੇ ਬੀੜੇ ਹੁੰਦੇ ਆ, ਜਿਹੜੇ ਪੱਤੇ 'ਚ ਲਪੇਟ ਕੇ ਦਿੰਦੇ ਆ। ਉਂਝ ਵੈਸੇ ਬੀੜਾ ਲਫ਼ਜ਼ ਮੈਂ ਇੱਕ ਵਾਰੀ ਕਿਹਾ ਕਿ ਚਲੋ ਆਪਣੀ ਖਿਆਲ ਹੁੰਦੇ ਆ, ਅਸੀਂ ਕਈ ਵਾਰੀ ਇਹ ਸਿੱਖਾਂ ਲਈ ਵਰਤ ਦਿੰਦੇ ਆ, ਫਲਾਣੇ ਸਿੱਖ ਨੇ ਇਸ ਗੱਲ ਦਾ ਬੀੜਾ ਚੁੱਕ ਲਿਆ। ਪਰ ਪਿਆਰਿਓ ਚੇਤੇ ਰੱਖਿਓ, ਬੀੜੇ ਦਾ ਸੰਬੰਧ ਪਾਨ ਸੁਪਾਰੀ ਨਾਲ ਹੈ। ਇੱਥੇ ਮਹਾਰਾਜ ਉਹ ਭੋਗ ਭੋਗਣ ਵਾਲਿਆਂ ਨੂੰ ਜਿਹੜੇ ਪਾਨਾਂ ਖਾਂਦੇ ਨੇ, ਸੁਪਾਰੀਆਂ ਖਾਂਦੇ ਨੇ, ਬੀੜੇ ਲਾ ਸਾਰਾ ਦਿਨ ਆਪਣੇ ਮੂੰਹ 'ਚ ਪਾਨ ਚਬਾਈ ਜਾਂਦੇ ਹਨ। ਹਰ ਹਰ ਕਦੇ ਨਾ ਚੇਤਿਓ, ਜਮ ਪਕੜ ਚਲਾਈਆ। ਪੈਸਾ ਦੌਲਤ ਇੰਨੀ ਹੈ ਕਿ ਨਹਰੀ ਨੂੰ ਕਦੀ ਚੇਤੇ ਹੀ ਨਹੀਂ ਕੀਤਾ। ਖਾਣਾ ਪੀਣਾ ਅਜੀਬ ਰੱਜਦੀ ਕੋਈ ਨਹੀਂ। ਤੇ ਮਹਾਰਾਜ ਕਹਿੰਦੇ ਨੇ ਜੇ ਰੱਬ ਨੂੰ ਚੇਤੇ ਨਹੀਂ ਕੀਤਾ, ਮੂੰਹ 'ਚ ਬੀੜੇ ਲਾਈ ਬੈਠੇ ਹੋ ਪਾਨ ਦੇ। ਤੇ ਭਾਰਤ ਵਿੱਚ ਤਾਂ ਹਾਲ ਹੀ ਇੰਨਾ ਮੰਦਾ ਹੈ ਜੀ। ਜਿੰਨਾ ਮਰਜੀ ਤੁਸੀਂ ਕਹੀ ਜੋ ਸਵਸਥ ਭਾਰਤ, ਸਵੱਛ ਭਾਰਤ ਗਾਈ ਜੋ ਟੀਵੀ ਤੇ ਗਾਉਣ ਦਾ ਕੀ ਕਿਹੜਾ ਕੋਈ ਮੁੱਲ ਘਟਣਾ ਹੈ। ਤੇ ਚੇਤੇ ਰੱਖਿਓ, ਭਾਰਤ ਦੇ ਕਿਸੇ ਸਟੇਸ਼ਨ ਤੇ ਚਲੇ ਜਾਓ, ਤੁਹਾਨੂੰ ਦੁਬਾਰਾ ਇਹ ਰੰਗੀਆਂ ਮਿਲਣਗੀਆਂ ਵੀ ਇਹ ਕਿਹੜਾ ਸਵਸਥ ਭਾਰਤ ਹੈ। ਪਾਨ ਦੀ ਥਾਂ ਥਾਂ ਸੱਟਿਆ ਮਿਲੇਗਾ ਸਾਨੂੰ। ਮੈਂ ਸਿਰਫ ਮੇਰਾ ਵਿਸ਼ਾ ਨਹੀਂ, ਮਹਾਰਾਜ ਕਹਿੰਦੇ ਨੇ ਇਹ ਲੋਕ ਪਾਨ ਖਾਂਦੇ ਆ, ਮੂੰਹ ਲਾਲ ਕਰੀ ਬੈਠੇ ਆ ਬੀੜੇ ਲਾ ਲਾ ਕੇ। ਕਹਿਣ ਲੱਗੇ ਰੱਬ ਕਦੀ ਚੇਤੇ ਨਹੀਂ ਕੀਤਾ, ਜਿੰਨਾ ਪਾਨ ਦਾ ਬੀੜਾ ਚਬਾਨਾ, ਇਸ ਬੀੜੇ ਨੂੰ ਸੱਟ ਕੇ ਕਿਤੇ ਇਹ ਚਬਾ ਜਿਹੜਾ ਤੈਨੂੰ ਰੱਬ ਨੇ ਦਿੱਤਾ ਸੀ ਮੂੰਹ, ਇਹ ਜਬਾੜਾ ਦਿੱਤਾ ਹੈ। ਜੇ ਵੈਗਰੂ ਵੈਗਰੂ ਕਹਿੰਦੇ ਆ ਕਿਤੇ ਹਲਾਂਦਾ ਤੇ ਤੇਰੀ ਰੱਬ ਦੇ ਘਰ ਵੀ ਥਾਂ ਬਣ ਜਾਂਦੀ। ਹੁਣ ਅੱਜ ਕੱਲ ਸਾਡੇ ਬੰਦੇ ਵੀ ਆ ਚਿੰਗਮ ਜੀ ਖਾਈ ਜਾਂਦੇ, ਸਾਰਾ ਦਿਨ ਮੂੰਹ ਲਾਈ ਜਾਂਦੇ ਆ। ਆ ਬੀਬੀਆਂ ਬੱਚੇ ਪੁੱਛੋ ਕੋਈ ਨਾ ਹਿੱਲੀ ਜਾਂਦੇ ਨੇ। ਤੇ ਇਹੀ ਜਬਾੜਾ ਜੇ ਕਿਤੇ ਵੈਗਰੂ ਵੈਗਰੂ ਕਹਿ ਕੇ ਹਿਲਾ ਦਈਏ ਤੇ ਸਭ ਕੁਝ ਠੀਕ ਹੋ ਜਾਏ। ਮਹਾਰਾਜ ਕਹਿੰਦੇ ਪਾਨ ਖਾਂਦੀਆਂ, ਸੁਪਾਰੀਆਂ ਖਾਂਦੀਆਂ ਨੇ, ਖਰੀ ਨੂੰ ਚੇਤੇ ਨਹੀਂ ਕਦੀ ਕੀਤਾ। ਅਖੀਰ ਤੇ ਜਮਾਂ ਦੇ ਵਸ ਪਈਆਂ। ਤੇ ਹੋਇਆ ਵੀ ਜਦੋਂ ਐਮਨਾਬਾਦ ਬਾਬਰ ਨੇ ਹਮਲਾ ਕੀਤਾ, ਉਦੋਂ ਇੰਨਾ ਪੈਸਾ ਸੀ ਲੋਕਾਂ ਕੋਲ। ਅੱਜ ਤਾਂ ਚਲੋ ਕੋਈ ਥੋੜੇ ਬਾਤੇ ਸਗਨ ਪਾਉਂਦਾ, ਉਸ ਵੇਲੇ ਲੱਖ ਲੱਖ ਰੁਪਈਆ ਸਗਨ ਸੀ ਘਰ ਚੌਂਕੇ ਵੜਨ ਦਾ। ਮਹਾਰਾਜ ਦਾ ਬਚਨ ਹੈ, ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁਨੀਅਨ ਗਲ ਵਿੱਚ ਆਵੇ ਧੂੜ, ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿ ਨਾ ਮਿਲ ਹਦੂਰ, ਆਦੇਸ਼ ਬਾਬਾ ਆਦੇਸ਼ ਆਦ ਪੁਰਖ ਤੇਰਾ ਅੰਤ ਨਾ ਪਾਇਆ, ਤੂੰ ਕਰ ਕਰ ਦੇਖੈ ਵੇਸ। ਜਦੋਂ ਸੀਆਂ ਵਿਆਹੀਆਂ ਲਾੜੇ ਸੋਹਨ ਪਾਸ, ਹਿੰਡੋਲੀ ਚੜ ਆਈਆਂ ਦੰਦ ਖੰਡ ਕੀਤੇ ਰਾਸ, ਉਪਰੋਂ ਪਾਣੀ ਵਾਰੀਐ ਝੱਲੇ ਚਿਮਕਣ ਪਾਸ, 1 ਲੱਖ ਲੈਣ ਬੈਠੀਆਂ ਲੱਖ ਲੈਣ ਖੜੀਆਂ। ਇੰਨਾ ਸਗਨ ਭਾਈ, 1 ਲੱਖ ਲੈਣ ਬੈਠੀਆਂ ਲੱਖ ਲੈਣ ਖੜੀਆਂ, ਖਰੀ ਗਰੀ ਸ਼ੁਹਾਰੇ ਖਾਂਦੀਆਂ, ਮਾਨਣ ਸੇਜੜੀਆਂ, 3 ਗਲ ਸਿਲਕਾਂ ਪਾਈਆਂ, ਟੁੱਟਣ ਮੋਤ ਸਰੀਆਂ। ਪਿਆਰਿਓ, ਜਿਹੜੇ ਗਰੀ ਛੁਹਾਰੇ ਖਾਂਦੀਆਂ ਸਨ, ਉਹਨਾਂ ਦੇ ਗਲੇ ਵਿੱਚ ਬਾਬਰ ਦੇ ਸਿਪਾਹੀਆਂ ਨੇ ਇਸ ਤਰ੍ਹਾਂ ਰੱਸੇ ਪਾਏ ਜਿਵੇਂ ਪਸ਼ੂ ਦੇ ਗਲ ਵਿੱਚ ਰੱਸਾ ਪਾ ਕੇ ਖਿੱਚਦਾ। ਮਹਾਰਾਜ ਕਹਿੰਦੇ ਹੋ ਪਾਨ ਖਾਣ ਵਾਲਿਓ, ਬੀੜੀਆਂ ਪੀਣ ਵਾਲਿਓ, ਬੀੜੇ ਲਾਣ ਵਾਲਿਓ, ਤੁਸੀਂ ਰੱਬ ਨੂੰ ਕਦੀ ਚੇਤੇ ਨਹੀਂ ਕੀਤਾ ਤੇ ਅਖੀਰ ਤੇ ਜਮਾਂ ਦੇ ਵਸ ਪਵੋਗੇ। ਜਿਨ ਹਰ ਨਾਮਾ ਹਰ ਚੇਤਿਆ, ਹਿਰਦੈ ਉਰ ਧਾਰੇ। ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਧਾਰ ਕੇ ਟਿਕਾ ਕੇ
ਖਰੀ ਦਾ ਸਿਮਰਨ ਕੀਤਾ ਹੈ। ਤਿਨ ਜਮ ਨੇੜ ਨਾ ਆਵਈ ਗੁਰ ਸਿੱਖ ਗੁਰ ਪਿਆਰੇ। ਉਹਨਾਂ ਦੇ ਨੇੜੇ ਕਦੀ ਜਮਦੂਤ ਨਹੀਂ ਆਉਣਾ। ਕਿਉਂ? ਉਹ ਗੁਰਸਿੱਖ ਗੁਰੂ ਦੇ ਪਿਆਰੇ ਨੇ। ਹੁਣ ਕਈ ਵਾਰੀ ਇਹ ਵੀ ਖੜੀ ਹੋ ਜਾਂਦੀ ਸਮੱਸਿਆ ਜੀ, ਨਰਕ ਹੈ ਜੀ, ਜਮਦੂਤ ਹੈ ਜੀ, ਧਰਮਰਾਜ ਹੈ ਜੀ, ਲੇਖਾਂ ਹੈ ਜੀ ਸਭ ਕੁਝ, ਪਰ ਚੇਤੇ ਰੱਖਿਓ ਸਿੱਖ ਦੇ ਨੇੜੇ ਨਹੀਂ ਆਉਣਾ। ਥਾਣੇ, ਕਚਹਿਰੀਆਂ ਤੇ ਜੇਲਾਂ ਤਾਂ ਤਕਰੀਬਨ ਹਰ ਜ਼ਿਲ੍ਹੇ 'ਚ ਹੀ ਆਪਾਂ ਨੂੰ ਮਿਲਣਗੀਆਂ, ਪਰ ਵਾਹ ਤਾਂ ਉਹਦਾ ਹੀ ਪੈਣਾ ਜਿਹਨੇ ਮਾੜਾ ਕੰਮ ਕਰਨਾ, ਜਿਹਨੇ ਭੈੜਾ ਕਰਮ ਕਰਨਾ ਉਹਦਾ ਹੀ ਹੈ ਨਾ। ਇੱਥੇ ਹਜ਼ੂਰ ਕਹਿੰਦੇ ਨੇ ਪਾਨ ਸਪਾਰੀ ਖਾਣ ਵਾਲੀਆਂ ਲਈ ਜਮਦੂਤ ਹੈ। ਜਿਹੜੇ ਗੁਰਸਿੱਖ ਹਰੀ ਦਾ ਨਾਮ ਜਪਦੇ ਨੇ ਉਹਨਾਂ ਦੇ ਨੇੜੇ ਜਮਦੂਤ ਕਦੀ ਨਹੀਂ ਆਉਂਦਾ। ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ। ਹਰੀ ਦਾ ਨਾਮ ਇੱਕ ਉਹ ਖਜ਼ਾਨਾ ਹੈ ਜਿਹਨੂੰ ਕੋਈ ਗੁਰੂ ਦੇ ਸਨਮੁਖ ਰਹਿਣ ਵਾਲਾ ਟਾਵਾਂ ਟਾਵਾਂ ਜਾਣਦਾ ਹੈ। ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆ ਮਾਣੈ। ਗੁਰੂ ਰਾਮਦਾਸ ਕਹਿੰਦੇ ਨੇ ਜਿਨ੍ਹਾਂ ਨੂੰ ਸਤਿਗੁਰੂ ਮਿਲ ਗਿਆ ਉਹ ਦੁਨਿਆਵੀ ਰੰਗ ਰਲੀਆਂ ਨਹੀਂ, ਉਹ ਸਿਮਰਨ ਦੀਆਂ ਰੰਗ ਰਲੀਆਂ ਮਾਣਦੇ ਨੇ। ਉਹ ਸਿਮਰਨ ਵਿੱਚ ਹੀ ਜੁੜੇ ਰੰਗ ਤਮਾਸ਼ਾ ਪੂਰਨ ਆਸਾ ਕਦੇ ਨਾ ਵਿਆਪੈ ਚਿੰਤਾ। ਉਹ ਇਸ ਰੰਗ ਰਲੀਆਂ ਨੂੰ ਅੰਤਰ ਆਤਮੇ ਮਾਣਦੇ ਹਨ। ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਓ। ਸਤਿਗੁਰੂ ਜੀ ਦਾਤੇ ਨੇ, ਦਾਤਾਂ ਦੇਣ ਵਾਲੇ ਨੇ। ਇਹ ਤਰੁੱਠ ਕੇ ਪਸਾਓ ਦਾ ਅਰਥ ਹੈ ਪ੍ਰਸਾਦ, ਕਿਰਪਾ ਦਿੰਦੇ ਹਨ। ਹੋ ਗੁਰ ਵਿਟੋ ਸਦ ਵਾਰਿਆ ਜਿਨ ਦਿੱਤੜਾ ਨਾਉ। ਗੁਰੂ ਰਾਮਦਾਸ ਕਹਿੰਦੇ ਨੇ ਆਪਣੇ ਗੁਰੂ ਤੋਂ ਮੈਂ ਸਦਾ ਕੁਰਬਾਨ ਜਾਨਾ, ਜਿਨ੍ਹਾਂ ਨੇ ਤਰੁੱਠ ਕੇ ਸਾਨੂੰ ਨਾਮ ਦਿੱਤਾ ਹੈ। ਸੋ ਧੰਨ ਗੁਰੂ ਸਾਬਾਸ ਹੈ ਹਰ ਦੇ ਸਨੇਹਾ। ਉਹ ਸਤਿਗੁਰੂ ਧੰਤਾ ਜੋਗ ਨੇ ਜਿਸ ਸਤਿਗੁਰੂ ਨੇ ਪਰਮਾਤਮਾ ਦੇ ਘਰ ਦਾ ਰੂਹਾਨੀ ਸੰਦੇਸ਼ਾ, ਆ ਧੁਰਕੀ ਬਾਣੀ ਜਿਹਨੂੰ ਕਹਿੰਦੇ ਆ, ਪਰਮਾਤਮਾ ਦੀ ਖਸਮ ਦੀ ਰੱਬ ਦੇ ਸਨੇਹੇ ਜਿਨ੍ਹਾਂ ਨੇ ਸਾਨੂੰ ਲਿਆ ਕੇ ਦਿੱਤੇ ਹਨ। ਓ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ। ਮੈਂ ਸਤਿਗੁਰੂ ਦੇ ਪਵਿੱਤਰ ਦੇਹ ਨੂੰ ਵੇਖ ਵੇਖ ਕੇ ਖੁਸ਼ ਹੁੰਨਾ ਪਿਆ। ਇੱਥੇ ਮੈਂ ਫਿਰ ਬੇਨਤੀ ਕਰਾਂ, ਲਫ਼ਜ਼ ਦੇਹਾ ਆਇਆ ਹੈ, ਕੋਈ ਇਹਦੇ ਅਰਥ ਲੋਕੀ ਅੱਜ ਕੱਲ ਆਪਣੇ ਦੇਹ ਧਾਰੀਆਂ ਨਾਲ ਵੀ ਕਰਦੇ ਆ। ਉਂਝ ਇਹਦੇ ਅਰਥ ਸਪਸ਼ਟ, ਕਿਉਂਕਿ ਜੋਤ ਤਾਂ 10 ਪਾਤਸ਼ਾਹਾਂ ਤੱਕ ਗਈ ਨਾ ਜੀ। ਗੁਰੂ ਗੋਬਿੰਦ ਸਿੰਘ ਨੇ ਹਜ਼ੂਰ ਸਾਹਿਬ ਕਿਹਾ ਸੀ ਮੇਰੇ ਦਰਸ਼ਨ ਕਰਨੇ ਨੇ, ਇੱਕ ਨਿਰਗੁਣ ਹੈ, ਦੂਸਰਾ ਗੁਰੂ ਸ਼ਬਦ ਹੈ, ਤੇ ਤੀਸਰਾ ਜਿਹੜਾ ਸਿੱਖ ਸ਼ਬਦ ਨੂੰ ਕਮਾਉਂਦਾ ਤੇ ਗੁਰੂ ਨੂੰ ਸਮਰਪਿਤ ਹੁੰਦਾ ਉਹ ਵੀ ਮੇਰਾ ਹੀ ਰੂਪ ਹੈ। ਪਰ ਇੱਥੇ ਸ਼ਬਦ ਹੈ ਗੁਰੂ ਦੀ ਦੇਹ ਵੇਖ ਵੇਖ ਕੇ ਮੈਂ ਪ੍ਰਸੰਨ ਹੁੰਦਾ ਹਾਂ। ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ। ਗੁਰੂ ਜੀ ਦੀ ਰਸਨਾ ਖਰੀ ਦੇ ਨਾਮ ਨੂੰ ਬੋਲਦੀ ਹੈ। ਇਹ ਨਾਮ ਦੇ ਵਿੱਚ ਹੀ ਸੁਭਾਏ ਮਾਨ ਹੈ। ਜਿਨ ਸੁਣ ਸਿੱਖਾ ਗੁਰ ਮੰਨਿਆ ਤਿਨਾ ਭੁਖ ਸਭ ਜਾਵੀ। ਜਿਨ੍ਹਾਂ ਸਿੱਖਾਂ ਨੇ ਉਸ ਅੰਮ੍ਰਿਤ ਰਸਨਾ ਤੋਂ ਸ਼ਬਦ ਸੁਣਿਆ ਤੇ ਸੁਣ ਕੇ ਉਹਨੂੰ ਮੰਨ ਲਿਆ। ਮਹਾਰਾਜ ਬਚਨ ਕਰ ਰਹੇ ਨੇ ਕਿ ਜਿਨ੍ਹਾਂ ਨੇ ਸੁਣਿਆ, ਉਹਨਾਂ ਨੇ ਮੰਨ ਲਿਆ ਤੇ ਉਹਨਾਂ ਦੀਆਂ ਜਿੰਨੀਆਂ ਅੰਦਰ ਦੀਆਂ ਭੁੱਖਾਂ ਨੇ ਉਹ ਸਾਰੀਆਂ ਖਤਮ ਹੋ ਗਈਆਂ। ਹਰ ਕਾ ਮਾਰਗ ਆਖੀਐ ਕਹੋ ਕਿਤ ਬਿਦ ਜਾਈਐ। ਹੁਣ ਪ੍ਰਸ਼ਨ ਹੈ ਖਰੀ ਦਾ ਮਾਰਗ ਕਿਹਾ ਜਾਂਦਾ ਹੈ ਤੇ ਕਿਸ ਤਰੀਕੇ ਨਾਲ ਇਸ ਮਾਰਗ ਤੇ ਚੱਲੀਏ। ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ। ਅੱਗੇ ਖਰਚ ਅੱਗੇ ਜਿਸ ਚੀਜ਼ ਨੇ ਕੰਮ ਆਉਣਾ ਹੈ ਨਾ, ਜਿਨਨੇ ਸਾਡੇ ਖਰਚੇ ਵਿੱਚ ਸਹਾਇਤਾ ਕਰਨੀ, ਜੋ ਚੀਜ਼ ਅਸੀਂ ਖਰਚਣੀ ਹੈ ਉਹ ਸਿਰਫ ਹਰੀ ਕਾ ਨਾਮ ਹੈ। ਮਹਾਰਾਜ ਕਹਿੰਦੇ ਉਹ ਪੱਲੇ ਬੰਨ ਲੋ ਸਿੱਖੋ, ਇਸ ਖਰੀ ਦੇ ਨਾਮ ਦਾ ਤੋਸ਼ਾ ਬੰਨੋ, ਇਸ ਹਰੀ ਦੇ ਨਾਮ ਦਾ ਖਜ਼ਾਨਾ ਆਪਣੇ ਨਾਲ ਲੈ ਲੋ। ਜਿਨ ਗੁਰਮੁਖ ਹਰਿਆ ਰਾਧਿਆ ਸੇ ਸਾਹ ਵੱਡ ਦਾਣੇ। ਜਿਨ੍ਹਾਂ ਗੁਰਮੁਖਾਂ ਨੇ ਖਰੀ ਨੂੰ ਆਰਾਧਿਆ ਹੈ ਤੇ ਮਹਾਰਾਜ ਕਹਿੰਦੇ ਆ ਕਿ ਭਾਈ ਸਿੱਖੋ ਅਸਲ 'ਚ ਉਹ ਗੁਰਸਿੱਖ ਜਿਹੜੇ ਨੇ ਸੇ ਸ਼ਾਹ ਵੱਡ ਦਾਣੇ। ਇੱਥੇ ਸਿਰਫ ਇੱਕ ਅਰਜ਼ ਮੈਂ ਕਰ ਦਾਂਗਾ, ਸਾਦਰ ਤੇ ਸ਼ੌਕਾਰ ਲਫ਼ਜ਼ ਇੱਥੇ ਹੈ ਦਾਣੇ, ਪਰ ਇਸ ਦਾਣੇ ਦਾ ਅਰਥ ਉਹ ਨਹੀਂ ਅਰਥ ਕਰਨੇ ਦਾਣੇ ਦੂਜੇ ਅਨਾਜ। ਫਾਰਸੀ ਦਾ ਸ਼ਬਦ ਹੈ ਦਾਨਾ। ਯਾਦ ਰੱਖਿਓ ਬਾਣੀ 'ਚ ਵਰਤਿਆ, ਤੂੰ ਦਰਿਆਓ ਦਾਨਾ ਬੀਨਾ। ਭਾਈ ਨੰਦ ਲਾਲ ਸਾਹਿਬ ਕਹਿੰਦੇ ਦਿਲ ਅਗਰ ਦਾਨਾ ਬਵੰਦ ਅੰਦਰ ਕਨਾਰਸ਼ ਯਾਰ ਹਸਤ।
ਉਸ ਦਾਨਾ ਸ਼ਬਦ ਤੋਂ ਬਣਿਆ ਦਾਨੇ। ਦਾਨੇ ਦਰ ਤੇ ਸਿਆਣੇ, ਚੰਗੇ, ਸੂਝਵਾਨ। ਇੱਥੇ ਲਫ਼ਜ਼ ਭਾਵੇਂ ਨਾਣੇ ਨਾਲ ਕਹੇ ਦਾਣੇ, ਪਰ ਇਹਦਾ ਅਰਥ ਅਸੀਂ ਉਹ ਫਾਰਸੀ ਦੇ ਸ਼ਬਦ ਵਾਲੀ ਕਰਾਂਗੇ ਵੀ ਸਿਆਣੇ, ਸੁਗੜਵਾਨ, ਜਿਹੜੇ ਨਾਮ ਜਪਦੇ ਹਨ। ਹੋ ਸਤਿਗੁਰ ਕੋ ਸਦਵਾਰਿਆ, ਗੁਰ ਬਚਨ ਸਮਾਣੀ। ਮੈਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਨਾ, ਬਲਿਹਾਰ ਜਾਨਾ, ਗੁਰੂ ਦੇ ਬਚਨ ਅੰਦਰ ਸਮਾਏ ਹਨ। ਤੂੰ ਠਾਕੁਰ ਤੂੰ ਸਾਹਿਬੋ, ਤੂੰ ਹੈ ਮੇਰਾ ਮੀਰਾ। ਤੂੰ ਹੀ ਠਾਕੁਰ ਹੈ ਮੇਰਾ। ਸਾਹਿਬ ਵੀ ਸਾਹਿਬ ਦਾ ਅਰਥ ਹੈ ਮਾਲਕ, ਤੇ ਮੀਰਾ ਦਾ ਲਫ਼ਜ਼ੀ ਅਰਥ ਹੁੰਦਾ ਹੈ ਜੀ ਪਾਤਸ਼ਾਹ। ਚਲੋ, ਦਾਨਾ ਦਿਲ ਸੋਚ, ਇੱਕ ਸ਼ਬਦ ਬਾਬਰ ਲਈ ਵੀ ਆਇਆ ਹੈ, ਜਾਂ ਮੀਰ ਸੁਣਿਆ ਧਾਇਆ। ਮੀਰ ਦਾ ਅਰਥ ਹੈ ਪਾਤਸ਼ਾਹ, ਬਾਦਸ਼ਾਹ। ਇੱਥੇ ਪ੍ਰਮਾਤਮਾ ਨੂੰ ਕਹਿ ਰਹੇ ਤੁਸੀਂ ਠਾਕੁਰ ਹੋ, ਤੁਸੀਂ ਸਾਡੇ ਮਾਲਕ ਹੋ, ਤੇ ਸਾਡੇ ਪਾਤਸ਼ਾਹ ਵੀ ਤੁਸੀਂ ਤੁਧ ਹੋ। ਭਾਵੈ ਤੇਰੀ ਬੰਦਗੀ, ਤੂੰ ਗੁਣੀ ਗਹੀਰਾ। ਹੇ ਪ੍ਰਮਾਤਮਾ, ਤੈਨੂੰ ਭਾਵੇ ਤੇ ਬੰਦਗੀ ਦੀ ਦਾਤ ਮਿਲਦੀ ਹੈ। ਤੂੰ ਗੁਣਾ ਦਾ ਸਾਗਰ ਹੈ, ਅਤ ਦਾ ਗੈਰ ਗੰਭੀਰ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਆਪੇ ਹਰ ਇੱਕ ਰੰਗ ਹੈ। ਵਾਹਿਗੁਰੂ ਜੀ, ਇਸ ਦਾ ਪਾਠ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਹਰ ਦਾ ਅਰਥ ਇੱਥੇ ਕਰਾਂਗੇ ਆਪਾਂ ਪਰਮਾਤਮਾ, ਹਰ ਕੋਈ ਨਹੀਂ। ਆਪੇ ਹਰ, ਆਪੇ ਹਰੀ, ਇੱਕ ਰੰਗ ਹੈ। ਇੱਕ ਰੰਗ ਦਾ ਅਰਥ ਹੈ ਨਿਰਗੁਣ, ਆਪਣੇ ਆਪ 'ਚ ਹੀ ਇੱਕ ਸਿਰਫ, ਜਿਹਨੂੰ ਇੱਕ ਓੰਕਾਰ ਕੱਲ ਪੜਿਆ ਸੀ, ਨਿਰਗੁਣ। ਆਪੇ ਬਹੁ ਰੰਗੀ, ਬਹੁ ਰੰਗੀ ਦਾ ਅਰਥ ਹੈ ਬਹੁ ਰੂਪਾਂ ਵਿੱਚ। ਫਿਰ ਅਰਥ ਹੋਰ ਸੌਖੇ ਨੇ, ਆਪੇ ਹੀ ਇੱਕ ਰੂਪ ਹੈ ਨਿਰਗੁਣ। ਆਪੇ ਹੀ ਬਹੁ ਰੰਗੀ ਦਾ ਅਰਥ ਹੈ ਸਰਗੁਣ। ਬਹੁ ਰੂਪਾਂ ਵਿੱਚ ਵੀ ਤੂੰ ਹੈ ਤੇ ਇਕੱਲਾ ਵੀ ਤੂੰ ਹੈ, ਜਿਹਨੂੰ 21ਵੀਂ ਅਸ਼ਟਪਦੀ ਵਿੱਚ ਆਪ ਜੀ ਕਹਿੰਦੇ ਹੋ। ਮਹਾਰਾਜ ਜੀ ਦੇ ਬਚਨ ਸਰਗੁਣ, ਨਿਰਗੁਣ, ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਆ ਹੈ ਉਹ ਤੁਕ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਆਪੇ ਹੀ ਅਨੇਕਤਾ ਵਿੱਚ, ਆਪੇ ਹੀ ਤੂੰ ਇਕੱਲਾ ਹੈ। ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ। ਜੋ ਪ੍ਰਮਾਤਮਾ ਤੈਨੂੰ ਪਾਉਂਦਾ ਹੈ। ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਇਹ ਨਹੀਂ ਜੋ ਮੈਨੂੰ ਚੰਗਾ ਲੱਗਦਾ ਤੂੰ ਉਹ ਕਰ। ਸਾਡੀ ਇਹ ਸਮੱਸਿਆ ਹੈ ਕਿ ਜੇ ਮੈਨੂੰ ਜੋ ਚੰਗਾ ਲੱਗਦਾ ਰੱਬ ਉਹ ਕਰੇ, ਇਹ ਕਦੀ ਨਹੀਂ ਹੋ ਸਕਣਾ। ਆਪਾਂ ਉਹਦੀ ਖਾਂ ਵਿੱਚ ਹਾਂ ਮਿਲਾਈਏ, ਨਾ ਕਿ ਆਪਣੀ ਖਾਂ ਵਿੱਚ ਉਹਨੂੰ ਕਹੀਏ ਤੂੰ ਹਾਂ ਮਿਲਾ। ਮਹਾਰਾਜ ਕਹਿੰਦੇ ਜੋ ਤੈਨੂੰ ਪਾਉਂਦਾ, ਜੇ ਤੈਨੂੰ ਮੌਤ ਪਾਉਂਦੀ ਏ ਤੇ ਮੌਤ ਆਈ, ਜੇ ਤੈਨੂੰ ਚੰਗਾ ਤੇ ਸਾਨੂੰ ਵੀ ਚੰਗਾ। ਜੇ ਤੈਨੂੰ ਪਾਉਂਦਾ ਬਿਮਾਰੀ ਆਈ ਏ ਤੇ ਫਿਰ ਤੈਨੂੰ ਲੱਗਦਾ ਚੰਗਾ, ਸਾਨੂੰ ਵੀ ਚੰਗਾ। ਇਹਦਾ ਮਤਲਬ ਕਿ ਆਪਾਂ ਰੱਬ ਦੀ, ਵਾਹਿਗੁਰੂ ਦੀ ਕੀਤੀ ਤੇ ਕਦੀ ਕਟਾਕਸ਼ ਨਾ ਕਰੀਏ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ। ਜੋ ਉਹਨੂੰ ਭਾਂਦਾ ਹੈ। ਬਾਬਾ ਜੀ ਤਾਂ ਵਾਰ-ਵਾਰ ਕਹਿੰਦੇ ਆ ਜਦੋਂ ਆਪਾਂ ਪਾਠ ਕਰਨੇ ਆ, ਜੋ ਤੁਧ ਭਾਵੈ ਸਾਈ ਭਲੀ ਕਾਰ। ਜੇ ਤੈਨੂੰ ਚੰਗਾ ਲੱਗਦਾ ਅਸਾਂ ਤਰਕ ਕਿਉਂ ਕਰਨਾ? ਆਪਾਂ ਤਰਕ ਕਰਕੇ ਆਪਣੇ ਸਿਰ ਐਵੇਂ ਦੋਸ਼ ਲੈਣਾ। ਜੇ ਤੈਨੂੰ ਚੰਗਾ ਲੱਗਦਾ ਬਸ ਸੱਚੀ ਜੀ ਸਮਰਪਿਤ। ਮਹਾਰਾਜ ਕਹਿੰਦੇ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇੱਥੇ ਸਤਿਗੁਰੂ ਨੇ ਸਾਰੀ 22 ਪਦ ਸਨ ਇਹਦੇ, ਇਸ ਵਿੱਚ ਮਹਾਰਾਜ ਜੀ ਨੇ ਕਿਰਪਾ ਕੀਤੀ। ਮੈਂ ਯਤਨ ਕੀਤਾ ਹਰ ਤੁਕ ਦੇ ਅਰਥ ਕਰਨ ਦਾ, ਜਿੱਥੇ ਲੋੜ ਪਈ ਸੀ ਵਿਆਖਿਆ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।